ਨਾਟ ਮਹੱਲਾ ਚੌਥਾ। ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਨਟ ਰਾਗ ਦੇ ਵਿੱਚ ਇਹ ਸਾਧ ਸੰਗਤ ਜੀਓ ਜਿਹੜਾ ਸ੍ਰੀ ਸੁਖਮਨਾ ਸਾਹਿਬ ਹੈ ਉਹਦੀ ਚੌਥੀ ਅਸ਼ਟਪਦੀ ਉਚਾਰ ਰਹੇ ਹਨ। ਇਹ ਭਾਈ ਗੁਰ ਸਰਨ ਜੋ ਗੁਰੂ ਸਾਹਿਬ ਜੀ ਦੀ ਸ਼ਰਨ ਓਟ ਵਿੱਚ ਆਏ ਹਨ। ਪ੍ਰਭੂ ਰਖਵਾਰੇ ਪਰਮੇਸ਼ਰ ਇਉਂ ਉਹਨਾਂ ਦੀ ਰੱਖਿਆ ਕਰਨ ਵਾਲਾ ਹੈ। ਜਿਉ ਕੁੰਚਰ ਜਿਵੇਂ ਗਜਿੰਦਰ ਨਾਮੇ ਹਾਥੀ ਨੂੰ ਹਰੀ ਹਰ ਖੇਤਰ ਦੇ ਵਿੱਚ ਜਦੋਂ ਪਾਣੀ ਪੀਣ ਵੜਿਆ ਤਾਂ ਪਿਛਲੇ ਕੋਈ ਜਨਮ ਦਾ ਲੈਣ ਦੇਣ ਸੀਗਾ। ਤੰਦੂਏ ਨੇ ਆਪਦੀਆਂ ਤਾਰਾਂ ਦੇ ਨਾਲ ਉਹਦੇ ਪੈਰਾਂ ਨੂੰ ਗਰਸ ਕੇ ਹੇਠਾਂ ਹੀ ਹੇਠਾਂ ਲਿਜਾਣਾ ਸ਼ੁਰੂ ਕਰ ਦਿੱਤਾ। ਜਦ ਸਾਰਾ ਹੀ ਡੁੱਬ ਗਿਆ, ਇੱਕ ਕੇਵਲ ਸੁੰਡ ਹੀ ਉਹਦੀ ਉੱਪਰ ਰਹਿ ਗਈ, ਮੂੰਹ ਹੀ। ਉਹਨੂੰ ਕੁਝ ਵੀ ਨਾ ਸੁਝਿਆ ਕਿ ਹੁਣ ਤਾਂ ਮੈਂ ਮਰ ਜਾਣਾ। ਉਹਨੇ ਕਮਲ ਦਾ ਫੁੱਲ ਪਾਣੀ ਤੇ ਤਰਦਾ ਦੇਖਿਆ ਤੇ ਸੁੰਡ ਦੇ ਨਾਲ ਫੁੱਲ ਪਕੜ ਕੇ ਤੇ ਰੱਬ ਦਾ ਨਾਮ ਲੈ ਕੇ ਆਖਿਆ, ਹੇ ਭਗਵਾਨ ਮੇਰੀ ਰੱਖਿਆ ਕਰ। ਉਸੇ ਵਕਤ ਕਰ ਧਰੇ ਚੱਕਰ ਬੈਕੁੰਠ ਤੇ ਆਏ, ਗਜ ਹਸਤੀ ਕੇ ਪ੍ਰਾਣ ਉਧਾਰੀ ਵਾਲੇ। ਉਹ ਜਿਹੜਾ ਗਜਿੰਦਰ ਹਸਤੀ ਹਾਥੀ ਸੀਗਾ ਹਰੀ ਹਰ ਖੇਤਰ ਤੇ 1 ਸਕਿੰਟ ਤੋਂ ਵੀ ਪਹਿਲਾਂ ਪਹੁੰਚ ਗਏ। ਕਿੱਡੀ ਦੂਰ ਬੈਕੁੰਠ ਸੀਗਾ ਤੇ ਸੁਦਰਸ਼ਨ ਚੱਕਰ ਚਲਾ ਕੇ ਤੰਦੂਏ ਦੀਆਂ ਤਾਰਾਂ ਕੱਟ ਕੇ ਹਾਥੀ ਨੂੰ ਆਜ਼ਾਦ ਕਰਾਇਆ ਸੀਗਾ। ਪਕੜ ਚਲਾਇਓ ਜਿਵੇਂ ਗਜਿੰਦਰ ਹਾਥੀ ਨੂੰ ਤੰਦੂਏ ਨੇ ਪਕੜ ਕੇ ਡੂੰਘੇ ਪਾਣੀ ਵੱਲ ਚਲਾ ਲਿਆ ਸੀ, ਭਾਵ ਤੰਦੂਆ ਤਾਰਾਂ ਦੇ ਨਾਲ ਖਿੱਚ ਕੇ ਡੂੰਘੇ ਪਾਣੀ ਵਿੱਚ ਲੈ ਗਿਆ ਸੀ। ਕਾਰੀ ਉਪਰ ਕੱਢ ਨਿਸਤਾਰੇ ਉਸ ਵੇਲੇ ਹੱਥ ਭਰ ਹੀ ਸੁੰਡ ਪਾਣੀ ਦੇ ਉੱਪਰ ਬਾਹਰ ਰਹਿ ਗਿਆ। ਜਾਂ ਉਸ ਵੇਲੇ ਪਰਮੇਸ਼ਰ ਨੇ ਉਪਰਾਲਾ ਕਰਕੇ ਹਾਥੀ ਨੂੰ ਨਿਸਤਾਰੇ ਤਾਰਨਾ ਕੀਤਾ ਸੀ, ਭਾਵ ਤੰਦੂਏ ਦੀਆਂ ਤਾਰਾਂ ਸੁਦਰਸ਼ਨ ਚੱਕਰ ਦੇ ਨਾਲ ਕੱਟ ਕੇ ਉਹਨੂੰ ਬਚਾ ਲਿਆ ਸੀ। ਇਹਨਾਂ ਦੀ ਬੈਕਗਰਾਉਂਡ ਕੁਝ ਇਸ ਤਰ੍ਹਾਂ ਲਿਖੀ ਹੈ ਗ੍ਰੰਥਾਂ ਦੇ ਵਿੱਚ। ਚੰਦਰਕ ਮੁਨੀ ਹਰੀ ਹਰ ਖੇਤਰ ਜੋ ਪਟਨਾ ਸਾਹਿਬ ਤੋਂ ਗੰਗਾ ਵਾਲੇ ਪਾਸੇ ਉੱਤੇ ਸ਼ਸ਼ੋਭਤ ਹੈ, ਜਿੱਥੇ ਕੱਤਿਆਂ ਦੀ ਪੂਰਨਮਾਸ਼ੀ ਨੂੰ ਬੜਾ ਭਾਰੀ ਮੇਲਾ ਲੱਗਦਾ ਹੈ, ਉੱਥੇ ਬੈਠਾ ਤਪ ਕਰ ਰਿਹਾ ਸੀ ਚੰਦਰਕ ਮੁਨੀ। ਇਹਨੇ ਉੱਥੇ ਆਪਣੀ ਕੁਟੀਆ ਕੋਲ ਇੱਕ ਬਹੁਤ ਸੁੰਦਰ ਫੁੱਲਾਂ ਦੀ ਬਗੀਚੀ ਲਾਈ ਹੋਈ ਸੀ। ਇੱਕ ਰਾਜਾ ਆਪਣੇ ਰਾਜ ਦੇ ਅਪਮਾਨ ਸਹਿਤ ਸੁੰਦਰ ਬਗੀਚੀ ਵੇਖ ਕੇ ਹਾਥੀ ਸਮੇਤ ਉਸ ਬਗੀਚੀ ਵਿੱਚ ਆ ਵੜਿਆ। ਹਾਥੀ ਉਹਨੇ ਸਾਰੀ ਬਗੀਚੀ ਦੇ ਫੁੱਲ ਸਾਰੀਆਂ ਵੇਲਾਂ ਤੋੜ ਸੁੱਟੀਆਂ। ਜਦੋਂ ਚੰਦਰਕ ਮੁਨੀ ਨੂੰ ਪਤਾ ਲੱਗਾ ਕਿ ਰਾਜੇ ਨੇ ਦੇ ਹਾਥੀ ਨੇ ਬਗੀਚੀ ਦੀਆਂ ਵੇਲਾਂ ਦਾ ਨੁਕਸਾਨ ਕੀਤਾ, ਤਾਂ ਮੁਨੀ ਨੇ ਰਾਜੇ ਨੂੰ ਆ ਕੇ ਕਿਹਾ, ਹੇ ਰਾਜਨ, ਹਾਥੀ ਤੇ ਬੈਠ ਕੇ ਆਪਣੇ ਰਾਜ ਦਾ ਅਪਮਾਨ ਕਰਦਾ ਹੈ, ਜਾ ਤੈਨੂੰ ਵੀ ਹਾਥੀ ਦੀ ਜੂਨ ਬਰਾਬਰ ਹੋਵੇ। ਉਹ ਰਾਜਾ ਮਰਨ ਤੋਂ ਬਾਅਦ ਗਜਿੰਦਰ ਹਾਥੀ ਬਣਿਆ। ਜੋ ਰਾਜੇ ਦੇ ਦੂਜੇ ਭਰਾ ਨੂੰ ਪਤਾ ਲੱਗਾ ਕਿ ਚੰਦਰਕ ਮੁਨੀ ਨਾਮੇ ਰਿਖੀ ਨੇ ਮੇਰੇ ਭਰਾ ਨੂੰ ਹਾਥੀ ਜੂਨ ਦਾ ਸ਼ਰਾਪ ਦੇ ਦਿੱਤਾ, ਤਾਂ ਕ੍ਰੋਧ ਦੇ ਵਿੱਚ ਚੰਦਰਕ ਰਿਖੀ ਵੱਲ ਤੁਰ ਪਿਆ। ਉਸ ਵੇਲੇ ਰਿਖੀ ਜੀ ਪਰਮੇਸ਼ਰ ਦੇ ਸਿਮਰਨ ਵਿੱਚ ਧਿਆਨ ਲਾਉਣ ਹੋਏ ਸਨ। ਜਦੋਂ ਰਿਖੀ ਨੇ ਚੁਬਕੀ ਮਾਰੀ, ਉਧਰੋਂ ਰਾਜੇ ਦਾ ਭਰਾ ਆ ਗਿਆ, ਉਹਨੇ ਮੁਨੀ ਦੀ ਅੱਡੀ ਫੜ ਲਈ। ਤਾਂ ਮੁਨੀ ਜੀ ਕਹਿਣ ਲੱਗੇ, ਗਰਾਗੀਰ ਗਰਾਗੀਰ। ਤਾਂ ਰਾਜੇ ਦਾ ਭਰਾ ਬਾਹਰ ਨਿਕਲ ਕੇ ਕਹਿੰਦਾ ਕਿ ਮੈਂ ਗਰਾਗੀਰ ਨਹੀਂ, ਮੈਂ ਰਾਜੇ ਦਾ ਭਰਾ ਹਾਂ ਜਿਹਨੂੰ ਹਾਥੀ ਬਣਨ ਦਾ ਸ਼ਰਾਪ ਦੇ ਦਿੱਤਾ। ਮੁਨੀ ਜੀ ਕਹਿਣ ਲੱਗੇ, ਜਾ ਤੂੰ ਗਰਾਹ ਬਣ। ਇਉਂ ਦੋਵੇਂ ਭਰਾ ਹਾਥੀ ਤੇ ਤੰਦੂਆ ਬਣੇ ਸੀ। ਉਹ ਜਿਹਨੇ ਅੱਡੀ ਫੜੀ ਉਹ ਗਰਾਗੀਰ ਬਣਿਆ, ਤੇ ਜਿਹੜਾ ਹਾਥੀ ਦੇ ਨਾਲ ਬਗੀਚੀ ਤੋੜੀ ਉਹ ਹਾਥੀ ਬਣਿਆ। ਭਗਤਮਾਲਾ ਦੇ ਵਿੱਚ ਪ੍ਰਸੰਗ ਆਉਂਦਾ ਹੈ ਕਿ ਹਾਥੀ ਤੇ ਤੰਦੂਆ ਗੰਧਰਵ ਦੇ ਪੁੱਤਰ ਸਨ। ਪਿਤਾ ਦੇ ਮਰਨ ਤੋਂ ਬਾਅਦ
ਜਦ ਆਪਸ ਵਿੱਚ ਜਾਇਦਾਦ ਵੰਡਣ ਲੱਗੇ ਤਾਂ ਜਿਹੜਾ ਵੱਡਾ ਭਰਾ ਯਾਨੀ ਗਜਿੰਦਰ ਹਾਥੀ ਜਿਹੜਾ ਬਣਿਆ, ਉਹਨੇ ਛੋਟੇ ਭਰਾ ਜਿਹੜਾ ਤੰਦੂਆ ਬਣਿਆ ਉਹਨੂੰ ਕੁਝ ਨਾ ਦਿੱਤਾ। ਇਹਨਾਂ ਦੋਹੇ ਭਰਾਵਾਂ ਦੀ ਵਾਕ ਸਿੱਧੀ ਸੀਗੀ। ਛੋਟੇ ਭਰਾ ਤੰਦੂਏ ਨੇ ਵੱਡੇ ਭਰਾ ਨੂੰ ਕਿਹਾ ਜਾ ਤੂੰ ਹਾਥੀ ਬਣ, ਤੇ ਵੱਡੇ ਭਰਾ ਨੇ ਛੋਟੇ ਭਰਾ ਨੂੰ ਕਿਹਾ ਜਾ ਤੂੰ ਤੰਦੂਆ ਬਣ। ਛੋਟਾ ਭਰਾ ਕਹਿਣ ਲੱਗਾ ਕਿ ਭਰਾਵਾ ਕੋਈ ਗੱਲ ਨਹੀਂ, ਤੈਨੂੰ ਹੀ ਪਕੜਿਆ ਕਰਾਂਗਾ। ਇੰਜ ਇਹ ਦੋ ਤਰ੍ਹਾਂ ਕਰਕੇ ਲਿਖਿਆ ਮਿਲਦਾ। ਇਹ ਤੰਦੂਆ ਬਣ ਕੇ ਹਰੀ ਹਰ ਖੇਤਰ ਵਿੱਚ ਰਹਿਣ ਲੱਗ ਪਿਆ। ਇੱਕ ਦਿਨ ਵੱਡਾ ਭਰਾ ਹਾਥੀ ਆਪਣੇ ਬੱਚਿਆਂ ਦੇ ਸਮੇਤ ਕਲੋਲਾਂ ਕਰਦਾ ਨਦੀ 'ਚ ਆ ਵੜਿਆ। ਉਧਰੋਂ ਤੰਦੂਏ ਨੇ ਆਪਣੀਆਂ ਤਾਰਾਂ ਖੰਡਾਈਆਂ ਹੋਈਆਂ ਸਨ। ਹਾਥੀ ਤੰਦੂਏ ਦੇ ਜਾਲ 'ਚ ਬੁਰੀ ਤਰ੍ਹਾਂ ਫਸ ਗਿਆ। ਬਿਪਤ ਕਾਲ ਅਜਿਹਾ ਸਮਾਂ ਹੁੰਦਾ ਜਦੋਂ ਆਪਣੇ ਵੀ ਆਪਣੇ ਦਾ ਸਾਥ ਛੱਡ ਜਾਂਦੇ ਨੇ। ਬਿਪਤ ਭਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੈ। ਇਹੀ ਹਾਲਤ ਹਾਥੀ ਦੀ ਹੋਈ। ਕੁਝ ਸਮਾਂ ਦਾ ਪਰਿਵਾਰ ਦੇ ਸੰਬੰਧੀ ਜੰਗਲ 'ਚੋਂ ਖੁਰਾਕ ਲਿਆ ਕੇ ਦਿੰਦੇ ਰਹੇ, ਪਰ ਹੌਲੀ ਹੌਲੀ ਸਭ ਤਿਆਗ ਗਏ। ਖੁਰਾਕ ਨਾ ਮਿਲਣ ਦੇ ਕਾਰਨ ਹਾਥੀ ਦਾ ਸਰੀਰ ਕਮਜ਼ੋਰ ਹੋ ਗਿਆ, ਜਿਸ ਕਾਰਨ ਤੰਦੂਆ ਹਾਥੀ ਤੇ ਭਾਰੂ ਪੈ ਗਿਆ। ਜਦੋਂ ਤੰਦੂਏ ਨੇ ਹਾਥੀ ਨੂੰ ਗਹਿਰੇ ਪਾਣੀ ਵਿੱਚ ਖਿੱਚ ਲਿਆ, ਹਾਥੀ ਨੇ ਹਰ ਪਾਸਿਓਂ ਆਪਣੀ ਜਾਨ ਸੰਕਟ ਵਿੱਚ ਵੇਖੀ। ਅਜੇ ਡੂੰਘੇ ਪਾਣੀ 'ਚ ਡੁੱਬਣ ਵਾਲਾ ਸੀ ਕਿ ਅਚਾਨਕ ਕਮਲ ਦਾ ਫੁੱਲ ਪਾਣੀ ਦੇ ਤੈਰਦਾ ਇਹਨੂੰ ਦਿਖਿਆ। ਇਹਨੂੰ ਸੁੰਡ ਨਾਲ ਚੁੱਕ ਕੇ ਪਰਮਾਤਮਾ ਨੂੰ ਕਮਲਾਂ ਦੀ ਭੇਟਾ ਅਰਪਣ ਕਰਕੇ ਸਹਾਇਤਾ ਲਈ ਪੁਕਾਰਿਆ ਤੇ ਜਦ ਬੇਨਤੀ ਕੀਤੀ ਤਾਂ ਭਗਵਾਨ ਨੇ ਸੁਦਰਸ਼ਨ ਚੱਕਰ ਨਾਲ ਤੰਦੂਏ ਦੀਆਂ ਤੰਦਾਂ ਕੱਟ ਕੇ ਹਾਥੀ ਨੂੰ ਮੁਕਤ ਕਰ ਦਿੱਤਾ ਸੀਗਾ। ਇੱਥੇ ਇੱਕ ਮੈਨੂੰ ਹੋਰ ਗੱਲ ਯਾਦ ਆ ਗਈ। ਮੈਂ ਅੱਖਾਂ ਨਾਲ ਵੇਖਿਆ, ਆ ਜਿੰਨੇ ਦੱਸਿਆ ਉਹ ਪ੍ਰਤੱਖ ਕਹਿੰਦਾ ਵੀ ਮੇਰੇ ਨਾਲ ਹੋਇਆ। ਉਹ ਹੁਣ ਸਿੰਘ ਚੜ੍ਹਾਈ ਕਰ ਗਿਆ। ਉਹਦਾ ਸਪੁੱਤਰ ਇੱਥੇ ਅਖੰਡ ਪਾਠ ਤੇ ਰੌਲਾ ਦੇ ਆਇਆ ਸੀਗਾ ਤੇ ਆਪ ਉਹ ਛੱਡਣ ਆਇਆ। ਚੜ੍ਹਾਈ ਕਰਨ ਦਾ ਸੁਨੇਹਾ ਮਿਲਣ ਤੋਂ ਫਿਰ ਵਾਪਸ ਆਉਣਾ ਮਜਬੂਰੀ ਕਾਰਨ ਘਰਾਂ ਕਰਕੇ ਮੁਸ਼ਕਲ ਹੋ ਗਿਆ। ਛੋਟਾ ਜਿਹਾ ਹੁੰਦਾ ਮੈਥੇ ਆਇਆ ਤੇ ਮੇਰੇ ਨਾਲ ਰਹਿੰਦਾ ਹੁੰਦਾ ਸੀਗਾ। ਬੜੇ ਨਿਰਮਾਲੇ ਝਾੜ ਝਾੜ ਵਿਛਾਉਣੇ, ਚੰਦੂਆ ਝਾੜ ਝਾੜ ਦੁਪਹਿਰ ਤੋਂ ਹਰ ਵਾਰ ਆਪਾਂ ਲਾਉਣਾ, ਸਾਰੀ ਸਫਾਈ ਉਹਨੇ ਕਰਾਉਣੀ, ਪ੍ਰਸ਼ਾਦ ਬਣਾਉਣਾ, ਫਰੀ 'ਚ ਸੇਵਾ ਕਰੀਦੀ ਸੀ। ਮਹਾਂਪੁਰਖਾਂ ਕੋਲ ਕਿਹੜਾ ਰੁਪਈਆ ਧੇਲੀ ਲੈਣਾ ਹੁੰਦਾ। ਪੜ੍ਹਦਿਆਂ ਹੋਇਆ ਵਿਦਿਆਰਥੀ ਰੂਪ ਦੇ ਵਿੱਚ ਉਹਨੇ ਭੱਜ ਭੱਜ ਕੇ ਸੇਵਾ ਕਰਨੀ ਬਿਨਾਂ ਪੈਸੇ ਤੋਂ। ਮੈਨੂੰ ਪੁੱਛਿਆ ਵੀ ਬਾਕੀ ਤਾਂ ਸਾਰੇ ਦੌੜ ਦੌੜ ਜਾਂਦੇ ਨੇ ਭੋਗ ਪੈਣ ਤੋਂ ਬਾਅਦ, ਵੀ ਤੇਰੇ ਮਨ 'ਚ ਕੀ ਹੈ? ਕਹਿੰਦਾ ਬਾਬਾ ਜੀ ਮਜ਼੍ਹਬੀ ਸਿੰਘ ਸੀਗਾ ਵੀ ਮੈਂ ਤਾਂ ਗੋਹਾ ਸੁੱਟਦਾ ਹੁੰਦਾ ਸੀਗਾ ਮੱਝਾਂ ਵਾਲਿਆਂ ਦਾ, ਤੇ ਸਿਰ ਤੇ ਟੋਕਰੀ ਚੁੱਕੀ ਹੋਣੀ, ਮੁੜਕੋ ਮੁੜਕੀ ਮਰ। ਕਈ ਲੋਕ ਬੜੇ ਜ਼ਾਲਮ ਹੁੰਦੇ ਨੇ ਤੇ ਮਾੜਾ ਜਿਹਾ ਕਿਤੇ ਬਹਿ ਜਾਣਾ, ਖਲੋ ਜਾਣਾ, ਉਹਨਾਂ ਡੰਡੇ ਮਾਰਨੇ ਜੀ ਮੈਨੂੰ, ਤੇ ਮੇਰੇ ਹੱਥਾਂ ਦੇ ਡੰਡੇ ਮਾਰਨੇ, ਮੇਰੀਆਂ ਲੱਤਾਂ ਭੰਨ ਸੁੱਟਣੀਆਂ। ਮਾਂ ਮੇਰੀ ਮਰੀ ਹੋਈ ਸੀ, ਪਿਓ ਵਿਚਾਰਾ ਰਕਸ਼ਾ ਵਾਹ ਕੇ ਨਿਹੰਗ ਸਿੰਘ ਸੀਗਾ ਅੰਮ੍ਰਿਤਧਾਰੀ, ਤੇ ਪਿਓ ਬੱਚਿਆਂ ਦਾ ਕਿੱਥੇ ਖਿਆਲ ਰੱਖੇ, ਉਹਨੇ ਆਪਦੀ ਕਮਾਈ ਕਰਨੀ। ਤੇ ਹੁਣ ਜਿੱਥੇ ਰਹਿਣਾ ਬਹਿਣਾ ਖਾਣਾ ਪੀਣਾ, ਉਹਨਾਂ ਕਹਿਣਾ ਤੈਨੂੰ ਰੋਟੀ ਨਹੀਂ ਦੇਣੀ, ਤੂੰ ਕੰਮ ਨਹੀਂ ਕਰਦਾ। ਮੈਂ ਬੜਾ ਰੋਣਾ ਇਕੱਲੇ ਬਹਿ ਕੇ ਆਪਦੀ ਮਾਂ ਨੂੰ। ਤੇ ਇੱਕ ਵਾਰ ਸੋਚਿਆ ਮਣਾ ਤੂੰ ਰੱਬ ਨੂੰ ਕਿਉਂ ਨਹੀਂ ਆਂਦਾ? ਤੇ ਰੋਂਦਾ ਕਰਲਾਉਂਦਾ ਮਾੜਾ ਮੋਟਾ ਮੈਂ ਅੱਗਾ ਪਿੱਛਾ ਕਰਕੇ, ਤੇ ਉਹ ਨਲਕਾ ਲੱਗਾ ਸੀਗਾ, ਉਹਨੇ ਮੈਨੂੰ ਦਿਖਾਇਆ ਵੀ ਆਹ ਗੁਰਦੁਆਰਾ ਪਨਗੋਟਾ ਪਿੰਡ, ਆਪਦੇ ਪਿੰਡ ਮੈਨੂੰ ਆਪਦੇ ਘਰ ਲੈ ਕੇ ਗਿਆ। ਮੈਂ ਸਹਿਜ ਪਾਠ ਕੀਤਾ ਉਹਦੇ ਘਰ, ਮੇਰਾ ਬੜਾ ਪਿਆਰ ਸੀਗਾ। ਤੇ ਹੁਣ ਜਦ ਚੜ੍ਹਾਈ ਦਾ ਸੁਨੇਹਾ ਮਿਲਿਆ ਕੁਦਰਤੀ ਰੱਬ ਵੱਲੋਂ ਅੰਮ੍ਰਿਤਸਰ ਜਾਣ ਗਏ ਸੀ, ਉੱਥੇ ਆਪਦੇ ਹੱਥੀਂ ਸੰਸਕਾਰ ਕੀਤਾ ਵੀ ਮਹਾਰਾਜ ਕਿਰਪਾ ਕਰ, ਆਤਮਾ ਨੂੰ ਸ਼ਾਂਤੀ ਬਖਸ਼। ਮੇਰੇ ਤੋਂ ਉਮਰ 5-7 ਸਾਲ ਛੋਟੀ ਹੋਊਗੀ। ਨਲਕੇ ਤੋਂ ਮੂੰਹ ਹੱਥ ਧੋਤਾ, ਗੋਹੇ ਵਾਲੇ ਹੱਥ ਧੋ ਕੇ ਮੂੰਹ ਮਾਂ ਧੋ ਕੇ, ਤੇ ਗੁਰਦੁਆਰੇ ਕਹਿੰਦਾ ਮੈਂ ਗਿਆ, ਤੇ ਗੁਰਦੁਆਰੇ ਦੇ ਨਲਕੇ ਦੇ ਲਾਗੇ ਇੱਕ ਫੁੱਲਾਂ ਦੀ ਫੁਲਵਾੜੀ ਸੀਗੀ, 2-4 ਬੂਟੇ ਹੋਣਗੇ, ਤੇ ਇੱਕ ਕਹਿੰਦਾ ਮੈਂ ਫੁੱਲ ਤੋੜਿਆ। ਰੁਪਈਆ ਧੇਲੀ ਤਾਂ ਮੇਰੇ ਕੋਲ ਸੀ ਨਹੀਂ। ਮੈਂ ਸੋਚਿਆ ਵੀ ਮਹਾਰਾਜ ਨੂੰ ਭੇਟਾ ਰੱਖ ਕੇ ਅਰਦਾਸ ਕਰਦੇ ਆ। ਮਾਇਆ ਦੀ ਭੇਟਾ ਨਹੀਂ ਸੀ, ਫੁੱਲ ਧੋ ਕੇ ਨਲਕੇ ਤੋਂ ਧੋਤਾ ਵੀ, ਤੋੜ ਕੇ ਫੁੱਲ ਧੋਤਾ ਵੀ, ਧੋ ਕੇ ਚੰਗੀ ਤਰ੍ਹਾਂ ਉਹਨੂੰ ਛੰਡ ਕੇ
ਸੁਕਾ ਕੇ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਰੱਖ ਕੇ ਅਰਦਾਸ ਤਾਂ ਆਉਂਦੀ ਨਹੀਂ ਸੀ, ਉਹੀ ਹੱਥ ਜੋੜ ਕੇ ਕਹਿ ਦਿੱਤਾ ਵੀ ਹੇ ਸੱਚੇ ਪਾਤਸ਼ਾਹ, ਧੰਨ ਗੁਰੂ ਗ੍ਰੰਥ ਸਾਹਿਬ, ਇਹ ਬਾਬਾ ਜੀ ਮੇਰੀ ਮਾਂ ਮਰ ਗਈ ਆ ਤੇ ਜਿਹੜੇ ਮੇਰੇ ਕੋਲ ਗੋਹਾ ਸੁਟਾਉਂਦੇ ਨੇ, ਗੋਹਾ ਮੇਰੇ ਕੋਲ ਸੁੱਟਿਆ ਨਹੀਂ ਜਾਂਦਾ, ਭਾਰਾ ਬੜਾ, ਮੈਂ ਨਿਆਣਾ ਬੰਦਾ, ਕੁੱਟ ਰੋਜ਼ ਪੈਂਦੀ ਹੈ ਮਹਾਰਾਜ, ਵੀ ਰੋਟੀ ਪਾਣੀ ਤੋਂ ਵੀ ਔਖੇ ਆ, ਕਿਰਪਾ ਕਰ ਤੇ ਮੇਰੀ ਰੱਖਿਆ ਕਰ, ਕੁਝ ਮੇਰਾ ਸੋਚ, ਤੂੰ ਹੀ ਸੋਚ, ਜਿਹਨੇ ਜਨਮ ਦਿੱਤਾ ਵੀ ਮਾਂ ਦਾ ਤੇਰੇ ਘਰ ਪਹੁੰਚ ਗਈ, ਹੁਣ ਤੂੰ ਮੈਨੂੰ ਕੁਛ ਦੇ, ਕੁਛ ਮੇਰਾ ਕਰ। ਕਹਿੰਦਾ ਜੇ ਮੈਂ ਅਰਦਾਸ ਕਰਕੇ ਪਰਿਕਰਮਾ ਕਰਕੇ ਮੱਥਾ ਟੇਕਿਆ ਸੀ ਤਾਂ ਉਹਨੂੰ ਮੂੰਹ ਚੁੱਕਿਆ ਤੇ ਸਪੀਕਰ 'ਚ ਬਾਬਾ ਬੋਲੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਿਤੇ ਸਾਹਿਬ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਤੋਂ ਸਾਧ ਸੰਗਤ ਨਗਰ ਨਿਵਾਸੀਓ, ਕਾਰ ਸੇਵਾ ਵਾਲੇ ਬਾਬੇ ਸੂਬਾ ਸਿੰਘ ਦੀ ਗੱਡੀ ਆਈ ਹੈ ਤੇ ਜਿੰਨਾ ਸੇਵਾ ਤੇ ਜਾਣਾ ਹੋਵੇ, ਹਸਪੀਟਲ ਬਣ ਰਿਹਾ, ਉਹ ਗੱਡੀ ਖੜੀ ਹੈ, ਟਰੱਕ ਦੇ ਵਿੱਚ ਬੈਠ ਜਾਏ। ਕਹਿੰਦਾ ਮੈਂ ਮਾਰੀ ਛਾਲ, ਇਹ ਤਾਂ ਕੰਮ ਬਣ ਗਿਆ। ਬਾਬੇ ਨੇ ਤਾਂ ਇੱਕ ਸੈਕਿੰਡ ਨਹੀਂ ਲਾਇਆ, ਹੁਣੇ ਅਰਦਾਸ ਸੁਣ ਲਈ, ਮੈਂ ਟਰੱਕ 'ਚ ਬੈਠਾ ਤੇ ਬਾਬੇ ਸੂਬਾ ਸਿੰਘ ਦੇ ਪੈਰ ਫੜੇ, ਬਾਬਾ ਜੀ ਮੇਰੀ ਮਾਂ ਮਰੀ ਹੈ ਤੇ ਮੈਨੂੰ ਆਪਦੇ ਚਰਨਾਂ 'ਚ ਰੱਖੋ। ਉਹ ਸਾਡੇ ਹਸਪੀਟਲ ਬਣਦਾ ਸੀਗਾ ਤੇ ਉਹਨੇ ਪਲੇਟਾਂ ਇੰਨੀਆਂ ਲਸ਼ਕਾਉਣੀਆਂ, ਆ ਜਿਹੜੀ ਲੈਂਟਰ ਵਾਲੀ ਮਸ਼ੀਨ ਇੰਨੀ ਫੁਰਤੀ ਦੇ ਨਾਲ ਚਲਾਉਣੀ ਵੀ ਇੱਕ ਸੈਕਿੰਡ ਵੀ ਮਜ਼ਦੂਰਾਂ ਨੂੰ ਕਿਤੇ ਵਿਹਲੇ ਨਹੀਂ ਖੜਨ ਦੇਣਾ, ਭੱਜ ਭੱਜ ਕੇ ਚਾਹ ਪਾਣੀ ਵਰਤਾਉਣਾ। ਤੇ ਜਥੇ ਦਾ ਨਿਯਮ ਹੈ, ਉਹ ਬਾਬਾ ਜੀ ਨੇ ਸੇਵਾ ਵਾਲੇ ਸਿੰਘ ਵੀ ਕਲਾਸ ਵਿੱਚ ਭੇਜਣੇ, ਊੜਾ ਪੜ੍ਹਿਆ, ਗੁਰਬਾਣੀ ਦੀ ਸੰਥਿਆ ਹੋ ਗਈ। ਕਹਿੰਦਾ ਮਹਾਰਾਜ ਨੇ ਜਪਜੀ ਸਾਹਿਬ ਸਿਖਾਇਆ ਤੇ ਅਖੰਡ ਪਾਠ ਦੀ ਤਾਂ ਜੇ ਪੂਰੇ ਅੰਗ ਨਹੀਂ ਹੁੰਦੇ, ਨਾਲੇ ਉਹਨੇ ਜਪਜੀ ਸਾਹਿਬ ਦੀ ਰੌਲ ਲਾਉਣੀ, ਨਾਲੇ ਖੁਸ਼ੀ ਦੇ ਨਾਲ ਨੱਚਦੇ ਰਹਿਣਾ। ਕਈ ਵਾਰ ਮੈਂ ਕਿਰਪਾਨ ਫੜਾਉਣੀ, ਕਹਿਣਾ ਗੱਤਕਾ ਖੇਡ ਕੇ ਦਿਖਾ, ਤੇ ਨਾਰੀਅਲ ਕੱਟਣਾ ਤੇ ਇੰਨਾ ਸੋਹਣਾ ਪੈਂਤੜਾ ਮਾਰਨਾ, ਉਹ ਅਜੇ ਵੀ ਮੈਨੂੰ ਯਾਦ ਹੈ। ਕਹਿੰਦਾ ਮਹਾਰਾਜ ਨੇ ਰੋਂਦਿਆਂ ਦੇ ਅਥਰੂ ਪੁੰਝੇ ਤੇ ਆਪਦੇ ਘਰ ਜਗ੍ਹਾ ਦਿੱਤੀ, ਕਿਆ ਸੋਹਣੇ ਵੇਖ, ਚਿੱਟੇ ਚੋਲੇ, ਸੋਹਣੇ ਕੱਪੜੇ ਪਾਏ, ਗੋਹਾ ਸੁੱਟਦਿਆਂ ਦੋ ਵੇਖੋ ਸੋਹਣੀਆਂ ਦਸਤਾਰਾਂ ਸਜਾਈਆਂ, ਇੰਨੀ ਸੋਹਣੀ ਉੱਚੀ ਸੁੱਚੀ ਬਾਣੀ ਬਖਸ਼ੀ। ਤੇ ਜੇ ਆਪਾਂ ਸੇਵਾ ਨਾ ਕਰੀਏ, ਫਿਰ ਮਹਾਰਾਜ ਦੇ ਘਰ ਇੰਨੀ ਬਖਸ਼ਿਸ਼ ਹੋਈ ਵੀ ਉਹਦਾ ਵਿਆਹ ਵੀ ਆਪਾਂ ਕੀਤਾ, ਨਿਆਣੇ ਵੀ ਚੜ੍ਹਦੀ ਕਲਾ 'ਚ, ਗ੍ਰੰਥੀ ਦੀ ਸੇਵਾ ਵੀ, ਗੁਰੂ ਸਾਹਿਬ ਦੇ ਚਰਨਾਂ 'ਚ ਸਾਰੀ ਉਮਰ ਰਿਹਾ ਤੇ ਅੱਜ ਵੀ ਉਹਦੇ ਘਰ ਪਰਿਵਾਰ ਤੇ ਮਹਾਰਾਜ ਦੀ ਕਿਰਪਾ। ਇੱਕ ਫੁੱਲ, ਸਿਰਫ ਇੱਕ ਫੁੱਲ ਨਲਕੇ ਤੋਂ ਧੋ ਕੇ ਤੇ ਮਹਾਰਾਜ ਦੇ ਚਰਨਾਂ 'ਚ ਪਹੁੰਚ ਕੇ ਆਪੇ ਹੀ ਅਰਦਾਸ ਕੀਤੀ। ਕੋਈ ਕੜਾਹ ਪ੍ਰਸ਼ਾਦ ਨਹੀਂ, ਕੋਈ ਬਰਫੀ ਲੱਡੂ ਜਲੇਬੀਆਂ ਦਾ ਡੱਬਾ ਨਹੀਂ, ਕੋਈ ਹੋਰ ਕੋਈ ਮਾਇਆ ਤੇਲਾ ਲੱਖਾਂ ਰੁਪਈਏ ਨਹੀਂ, ਬਸ ਇਹਨੇ ਹੀ ਆਖਿਆ ਵੀ ਮਹਾਰਾਜ ਮੇਰੀ ਮਾਂ ਮਰ ਗਈ, ਮੇਰਾ ਸੋਚ, ਉਹਦੇ ਆਪਦੇ ਜ਼ਬਾਨੀ ਹੈ। ਤੇ ਇੰਨੀ ਮਹਾਰਾਜ ਛੇਤੀ ਅਰਦਾਸ ਸੁਣਦਾ, ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ, ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕੀ ਵਡਿਆਈ। ਇੰਜ ਮਹਾਰਾਜ ਫਰਮਾਉਂਦੇ ਨੇ, ਜਿਉ ਕੁੰਚਰ ਤਦੁਐ ਪਕਰ ਚਲਾਇਓ। ਜਿਵੇਂ ਇੱਕ ਨਿਰਬੁੱਧ ਜੀਵ ਹਾਥੀ ਨੂੰ ਤੰਦੂਏ ਨੇ ਤਾਰਾਂ ਦੇ ਵਿੱਚ ਗਰਸ ਕੇ ਫੜ ਕੇ ਪਾਣੀ ਦੇ ਗਹਿਰੇ ਪਾਣੀ ਵਿੱਚ ਲਾਇਆ, ਕਾਲੀ ਉਪਰ ਕਾਰੀ ਉਪਰ ਕੱਢ ਨਿਸਤਾਰੇ। ਤਾਂ ਮਹਾਰਾਜ ਨੇ ਉਪਰਾਲਾ ਕਰਕੇ ਹਾਥੀ ਨੂੰ ਤਾਰਨਾ ਕੀਤਾ, ਭਾਵ ਤੰਦੂਆਂ ਦੀਆਂ ਤਾਰਾਂ ਸੁਦਰਸ਼ਨ ਚੱਕਰ ਨਾਲ ਕੱਟ ਕੇ ਉਹਨੂੰ ਬਚਾ ਲੈਣਾ ਕੀਤਾ। ਇੱਥੇ ਵਿਸ਼ਰਾਮ ਦਿੰਦੇ ਹਨ। ਪ੍ਰਭ ਕੇ ਸੇਵਕ ਬਹੁਤ ਯਤਨੀਕੇ। ਓਹੋ ਪਰਮੇਸ਼ਰ ਦੇ ਸੇਵਕ ਦਾਸ ਬਹੁਤ ਅਤਿਅੰਤ ਜ਼ਿਆਦਾ ਅੱਛੇ ਉਤਮ ਹਨ। ਮਨ ਸਰਦਾ ਕਰ ਹਰ ਧਾਰੇ। ਜਿਹੜੇ ਆਪਣੇ ਮਨ ਹਿਰਦੇ ਵਿੱਚ ਸ਼ਰਧਾ ਵਿਸ਼ਵਾਸ ਕਰਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਾਰਦੇ ਵਸਾਉਂਦੇ ਹਨ, ਜਾਂ ਜੋ ਪਰਮੇਸ਼ਰ ਨੇ ਸ਼ਰਧਾ ਕਰਨ ਵਾਲੇ ਜਾਣ ਕੇ ਆਪਣੇ ਵਿੱਚ ਧਾਰਨ ਕਰ ਲਏ, ਅਭੇਦ ਕਰ ਲਏ ਹਨ। ਮੇਰੇ ਪ੍ਰਭ ਸਾਰੇ ਭਾਈ ਜੋ ਮੇਰਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ।
ਸਰਦਾ ਭਗਤ ਮਨ ਭਾਵੈ ਉਸ ਦੇ ਮਨ ਵਿੱਚ, ਉਹਦੇ ਚਿੱਤ ਵਿੱਚ ਸ਼ਰਧਾ ਅਤੇ ਭਗਤੀ ਪਾਉਂਦੀ ਹੈ। ਜਨ ਕੀ ਪੈਜ ਸਵਾਰੀ ਜੋ ਸ਼ਰਧਾ ਦੇ ਸਹਿਤ ਭਗਤੀ ਕਰਦੇ ਨੇ, ਉਹਨਾਂ ਗੁਰਮੁਖ ਜਨਾਂ ਦੀ ਪਰਮੇਸ਼ਰ ਪੈਜ ਪ੍ਰਤਕਿਆ ਸੰਵਾਰਦਾ ਹੈ। ਹਰ ਜੁਗ ਜੁਗ ਭਗਤੀ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਬਿਠਦੇ, ਨਾਮ ਦੇਵ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਈ ਛੁਡਾਇਆ। ਹਰ ਹਰ ਸੇਵਕ ਸੇਵਾ ਲਾਗੈ ਜਿਹੜੇ ਗੁਰਮੁਖ ਜਨ ਹਰੀ ਪਰਮੇਸ਼ਰ ਦੇ ਦਾਸ ਬਣ ਕੇ ਉਸ ਦੀ ਪ੍ਰੇਮਾ ਭਗਤੀ ਰੂਪ ਸੇਵਾ ਟਹਿਲ ਵਿੱਚ ਲੱਗੇ ਹਨ। ਸਭ ਦੇਖੈ ਬ੍ਰਹਮ ਪਸਾਰੇ ਸੋ ਉਹ ਸਾਰੀ ਥਾਵਾਂ ਜਾਂ ਸਾਰੀਆਂ ਵਿੱਚ ਬ੍ਰਹਮ ਪਰਮੇਸ਼ਰ ਦਾ ਪਸਾਰਾ ਖਲਾਰਾ ਹੀ ਵੇਖਦੇ ਹਨ। ਏਕ ਪੁਰਖ ਇੱਕ ਨਦਰੀ ਆਵੈ ਪੁਰਖ ਪਰਿਪੂਰਨ ਜੋ ਬ੍ਰਹਮ ਹੈ ਉਹ ਇੱਕੋ ਇੱਕ ਹੈ, ਇੱਕ ਓੰਕਾਰ, ਤੇ ਉਹ ਇੱਕ ਪੂਰਨ ਬ੍ਰਹਮ ਹੀ ਗੁਰਮੁਖ ਜਨਾਂ ਨੂੰ ਨਦਰੀ ਦ੍ਰਿਸ਼ਟੀ ਵਿੱਚ ਆਉਂਦਾ ਹੈ। ਸਭ ਏਕਾ ਨਦਰ ਨਿਹਾਰੇ ਇਸੇ ਕਰਕੇ ਗੁਰਮੁਖ ਜਨ ਸਾਰਿਆਂ ਨੂੰ ਏਕਤਾ ਵਾਲੀ ਦ੍ਰਿਸ਼ਟੀ ਨਾਲ ਵੇਖਣਾ ਕਰਦੇ ਹਨ, ਜਾਂ ਸਾਰਿਆਂ ਨੂੰ ਆਪਣੀ ਦ੍ਰਿਸ਼ਟੀ ਨਾਲ ਇੱਕ ਬ੍ਰਹਮ ਦਾ ਸਰੂਪ ਹੀ ਵੇਖਣਾ ਕਰਦੇ ਨੇ। ਹਰ ਪ੍ਰਭ ਠਾਕੁਰ ਰਵਿਆ ਸਭ ਠਾਈ ਜੋ ਪ੍ਰਭ ਸਮਰੱਥ ਹਰੀ ਪਰਮੇਸ਼ਰ ਠਾ ਉਤਪਤੀ ਕੋ ਪਾਲਣ ਰੋ ਲੈਤਾ ਕਰਨ ਵਾਲਾ ਹੈ। ਵਿਸ਼ਨੂੰ ਦੇ ਰੂਪ ਦੇ ਵਿੱਚ ਉਤਪਤੀ ਕਰਦਾ ਵਾਹਿਗੁਰੂ, ਬ੍ਰਹਮਾ ਦੇ ਰੂਪ ਦੇ ਵਿੱਚ ਉਤਪਤੀ ਕਰਦਾ, ਵਿਸ਼ਨੂੰ ਦੇ ਰੂਪ ਦੇ ਵਿੱਚ ਪਾਲਣਾ ਕਰਦਾ, ਤੇ ਰੁਦਰ ਸ਼ਿਵ ਜੀ ਦੇ ਰੂਪ ਦੇ ਵਿੱਚ ਲੈਤਾ ਕਰਨ ਵਾਲਾ ਹੈ। ਹਰ ਸਭ ਥਾਵਾਂ ਦੇ ਵਿੱਚ ਵਿਆਪਕ ਹੈ। ਸਭ ਤੇਰੀ ਜਗਤ ਸਮਾਰੇ ਸਾਰਾ ਜਗਤ ਸੰਸਾਰ ਦਾਸੀ ਵਾਲਾ ਸੁਭਾਅ ਧਾਰ ਕੇ ਉਸ ਪਰਮੇਸ਼ਰ ਨੂੰ ਸੰਭਾਲੀ ਸੰਭਾਲਦਾ ਯਾਦ ਕਰਦਾ ਰਹਿੰਦਾ ਹੈ। ਜਾਂ ਸਾਰਾ ਜਗਤ ਚੇਰੀ ਦਾਸੀ ਭਾਵ ਮਾਇਆ ਨੂੰ ਸੰਭਾਲਣ ਵਿੱਚ ਲੱਗਾ ਹੋਇਆ ਹੈ। ਆਪ ਦਇਆਲ ਦਇਆ ਦਾਨ ਦੇਵੈ ਉਹ ਦਿਆਲੂ ਪਰਮੇਸ਼ਰ ਆਪ ਮਿਹਰ ਦੀ ਦ੍ਰਿਸ਼ਟੀ ਕਰਕੇ ਸਭ ਨੂੰ ਰੋਜੀ ਨਾਮ ਆਦਿਕ ਦਾ ਦਾਨ ਦਿੰਦਾ ਹੈ। ਵਿੱਚ ਪਾਥਰ ਕੀਰੇ ਕਾਰੇ ਜਿਹੜੇ ਪੱਥਰਾਂ ਦੇ ਵਿੱਚ ਕਾਲੇ ਕੀੜੇ ਜਾਂ ਸਭ ਤਰ੍ਹਾਂ ਦੇ ਕੀੜੇ ਪੈਦਾ ਕੀਤੇ ਹੋਏ ਨੇ, ਉਹਨਾਂ ਨੂੰ ਵੀ ਰੋਜੀ ਦਾ ਦਾਨ ਦਿੰਦਾ ਹੈ। ਜਿਵੇਂ ਦਮਦਮੀ ਟਕਸਾਲ ਦੇ 11ਵੇਂ ਮੁਖੀ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੇ ਧਾਰੀਵਾਲ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਧਾਰੀਵਾਲ ਨਹਿਰਾਂ ਦੇ ਪੁਲ ਦੇ ਨੇੜੇ ਜਦੋਂ ਪੱਥਰ ਤੋੜ ਰਹੇ ਮਜ਼ਦੂਰਾਂ ਦੇ ਪਾਸ ਰੌਲਾ ਪੈਂਦਾ ਸੁਣਿਆ ਤਾਂ ਲਾਗੇ ਜਾ ਕੇ ਇੱਕ ਪੱਥਰ ਵਿੱਚੋਂ ਕੀੜਾ ਨਿਕਲਿਆ ਵੇਖਿਆ ਤਾਂ ਉਸ ਨੂੰ ਮਹਾਂਪੁਰਖ ਕਹਿਣ ਲੱਗੇ, ਭਾਈ ਇਹ ਕੋਈ ਅਚਰਜ ਨਹੀਂ ਹੈ, ਇਹ ਸ਼ੱਕਰਕੋਰ ਕੀੜਾ ਹੈ ਜੋ ਪੱਥਰ ਦੇ ਵਿੱਚ ਰਹਿੰਦਾ ਹੈ, ਭੂਰੇ ਰੰਗ ਦਾ ਮਿੱਠਾ ਜਿਹਾ ਉਹਦੇ ਲਾਗੇ ਦਾਣੇ ਪਏ ਸੀ। ਮਹਾਂਪੁਰਖਾਂ ਨੇ ਮਜ਼ਦੂਰਾਂ ਨੂੰ ਕਿਹਾ ਇਹਨਾਂ ਨੂੰ ਜ਼ਬਾਨ ਤੇ ਲਾ ਕੇ ਵੇਖੋ, ਉਸੀ ਸ਼ੱਕਰ ਜਿਵੇਂ ਘਲਾੜੀ ਦੀ ਸ਼ੱਕਰ ਕਿਸੇ ਨੇ ਰੱਖੀ ਹੋਵੇ, ਕਹਿੰਦੇ ਵੇਖ ਲਓ। महाराज ने सही लिखिया है, सैल पत्थर में जानती उपाय ता कार्य की आगे करते रहिया। आ वेख लो परमात्मा ने ही इन्होंने दिता है, नहीं तो इन्हें
ਖੁਸ਼ਕ ਪੱਤਰ ਦੇ ਵਿੱਚ ਕੋਈ ਰਸਤਾ ਹੀ ਨਹੀਂ ਹੈ, ਸ਼ੱਕਰ ਕੌਣ ਰੱਖ ਗਿਆ? ਸਿੰਘਾਂ ਨੂੰ ਨਿਸ਼ਚਾ ਕਰਾਇਆ ਸੀਗਾ ਗੁਰਬਾਣੀ ਦੇ ਉੱਪਰ। ਅੰਤਰਵਾਸ ਬਹੁਤ ਮੁਸਕਾਈ, ਹਿਰਨ ਦੀ ਨਾਭੀ ਦੇ ਵਿੱਚ ਕਸਤੂਰੀ ਦੀ ਖੁਸ਼ਬੂ ਬਹੁਤ ਸਾਰੀ ਮਹਿਕਦੀ ਹੈ। ਭ੍ਰਮ ਭੂਲਾ ਮਿਰਗ ਸਿੰਘਾਰੇ, ਸਿੰਘਾਰੇ ਪਰ ਉਸ ਵੇਲੇ ਸਿੰਘਾਂ ਵਾਲਾ ਜੋ ਮਿਰਗ ਹਿਰਨ ਹੈ ਭਰਮ ਦੇ ਵਿੱਚ ਹੀ ਭੁੱਲਿਆ ਫਿਰਦਾ ਰਹਿੰਦਾ ਹੈ। ਭਰਮ ਦੇ ਵਿੱਚ ਭੁੱਲਿਆ ਝਾੜੀਆਂ ਨੂੰ ਹੀ ਸਿੰਘਾਰੇ ਸੁੰਘਦਾ ਫਿਰਦਾ ਰਹਿੰਦਾ। ਇਸੇ ਪ੍ਰਕਾਰ ਅੰਬਰਵਾਸ ਬਹੁਤ ਮੁਸਕਾਈ, ਜੀਵ ਰੂਪੀ ਹਿਰਨ ਦੇ ਹਿਰਦੇ ਵਿੱਚ ਪਰਮੇਸ਼ਰ ਦੀ ਚੇਤਨ ਸੱਤਾ ਰੂਪ ਕਸਤੂਰੀ ਦੀ ਭਗਤੀ ਰੂਪ ਖੁਸ਼ਬੂ ਬਹੁਤ ਸਾਰੀ ਮਹਿਕਦੀ ਪਈ ਹੈ। ਭ੍ਰਮ ਭੂਲਾ ਮਿਰਗ ਸਿੰਘਾਰੇ, ਪਰ ਵੇਦਨ ਖੇਦ ਕਰਮਾਂ ਰੂਪ ਸਿੰਘਾਂ ਵਾਲਾ ਜੀਵ ਰੂਪ ਹਿਰਨ ਭਰਮ ਦੇ ਵਿੱਚ ਭੁੱਲਿਆ ਹੋਇਆ ਵੇਸ਼ੀਆ ਰੂਪ ਝਾੜੀਆਂ ਨੂੰ ਹੀ ਸੁੰਘਦਾ ਫਿਰਦਾ ਹੈ। ਪਨ ਪਨ ਢੂਡ ਢੂਡ ਫਿਰ ਥਾਕੀ, ਸ੍ਰਿਸ਼ਟੀ ਜੰਗਲਾਂ ਜੰਗਲਾਂ ਜਾਂ ਵੇਦਾਂ ਸ਼ਾਸਤਰਾਂ ਰੂਪ ਜੰਗਲਾਂ ਜੰਗਲਾਂ ਜਾਂ ਤੀਰਥਾਂ ਤੀਰਥਾਂ ਦੇ ਕਿਨਾਰਿਆਂ ਕਿਨਾਰਿਆਂ ਦੇ ਜਾਂ ਬਾਣੀ ਬਣਾ ਬਣਾ ਕੇ ਪਰਮੇਸ਼ਰ ਨੂੰ ਭਾਲ ਭਾਲ ਕੇ ਤੇ ਫਿਰ ਫਿਰ ਕੇ ਥੱਕ ਗਈ ਹੈ। ਪੂਰੇ ਘਰ ਨਿਸਤਾਰੇ, ਪਰ ਜਿਹੜੇ ਪੂਰੇ ਸਤਿਗੁਰਾਂ ਨੂੰ ਮਿਲੇ ਨੇ ਉਹ ਗੁਰਾਂ ਨੇ ਗ੍ਰਸਥ ਵਿੱਚ ਰੱਖ ਕੇ ਘਰ ਵਿੱਚ ਹੀ ਰੱਖ ਕੇ ਸੰਸਾਰ ਰੂਪੀ ਨਿਸ ਰਾਤ ਤੋਂ ਪਰਪੰਚ ਤੋਂ ਤਾਰ ਦਿੱਤੇ ਨੇ, ਜਾਂ ਹਿਰਦੇ ਰੂਪੀ ਘਰ ਦੇ ਅੰਦਰੋਂ ਹੀ ਤਾਰ ਦਿੱਤੇ ਨੇ, ਜਾਂ ਸਾਧ ਸੰਗਤ ਰੂਪੀ ਘਰ ਦੇ ਵਿੱਚੋਂ ਹੀ ਤਾਰ ਦਿੱਤੇ ਹਨ। ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਗੁਰੂ ਸਰੂਪ ਹੈ ਤੇ ਗੁਰੂ ਬਾਣੀ ਰੂਪ ਹੈ। ਵਿੱਚ ਬਾਣੀ ਅੰਮ੍ਰਿਤ ਸਾਰੇ, ਅਤੇ ਬਾਣੀ ਦੇ ਵਿੱਚ ਹੀ ਸਾਰੀ ਅੰਮ੍ਰਿਤ ਹਨ, ਜਾਂ ਬਾਣੀ ਦੇ ਸਾਰੀ ਅੱਖਰਾਂ ਵਿੱਚ ਨਾਮ ਅੰਮ੍ਰਿਤ ਹੈ, ਜਾਂ ਬਾਣੀ ਵਿੱਚ ਸਾਰੂ ਬ੍ਰਹਮ ਦੀ ਪ੍ਰਾਪਤੀ ਕਰਾਉਣ ਵਾਲਾ ਬ੍ਰਹਮਾਨੰਦ ਰੂਪ ਅੰਮ੍ਰਿਤ ਹੈ। ਗੁਰ ਬਾਣੀ ਕਹੈ, ਜੋ ਸਤਿਗੁਰਾਂ ਦੀ ਬਾਣੀ ਉਪਦੇਸ਼ ਕਥਨ ਕਰਦੀ ਹੈ। ਸੇਵਕ ਜਨ ਮਾਨੈ, ਉਸ ਨੂੰ ਸੇਵਕ ਜਨ ਬਣ ਕੇ ਪ੍ਰੇਮ ਨਾਲ ਮੰਨਣਾ ਕਰੇ। ਪ੍ਰਤੱਖ ਗੁਰੂ ਨਿਸਤਾਰੇ, ਤਾਂ ਫਿਰ ਗੁਰੂ ਸਾਹਿਬ ਜੀ ਪ੍ਰਤੱਖ ਹੋ ਕੇ ਸੰਸਾਰ ਸਮੁੰਦਰ ਤੋਂ ਤਾਰ ਦਿੰਦੇ ਹਨ। ਸਭ ਹੈ ਭ੍ਰਮ ਭ੍ਰਮ ਹੈ ਪਸਰਿਆ, ਸਾਰੀਆਂ ਥਾਵਾਂ ਦੇ ਵਿੱਚ ਪਰਮੇਸ਼ਰ ਆਪ ਹੀ ਵਿਆਪਕ ਹੈ ਤੇ ਪਰਮੇਸ਼ਰ ਆਪ ਹੀ ਸਭ ਥਾਵਾਂ ਤੇ ਫੈਲਿਆ ਹੋਇਆ ਹੈ। ਮਨ ਬੀਜਿਆ ਖਾਵਾਰੇ, ਪਰ ਮਨ ਜਿਹੋ ਜਿਹਾ ਸੰਕਲਪ ਨਾਲ ਕਰਮਾਂ ਦਾ ਬੀਜ ਬੀਜਣਾ ਕਰਦਾ ਉਹ ਜਿਹਾ ਹੀ ਪਰਮੇਸ਼ਰ ਫਲ ਖਵਾਉਣਾ ਕਰਦਾ ਹੈ। ਸੋ ਜੇ ਗੁਰਬਾਣੀ ਨੂੰ ਗੁਰੂ ਮੰਨ ਲਵੇ ਤੇ ਗੁਰੂ ਬਾਣੀ ਤੇ ਨਿਸ਼ਚਾ ਰੱਖੇ ਤਾਂ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦਾ ਹੈ। ਪਰ ਅੱਜ ਤੱਕ ਦੂਜਿਆਂ ਨੂੰ ਤਾਂ ਕੀ ਕਹੀਏ, ਸਾਡੇ ਆਪ ਦੇ ਸਿੱਖਾਂ ਦਾ ਹੀ ਜਿਹੜਾ ਮਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭਰੋਸੇ ਵਾਲਾ ਨਹੀਂ ਬਣਿਆ। ਇੱਕ ਪਾਸੇ ਗੁਰਦੁਆਰੇ ਆਉਂਦੇ ਹਾਂ, ਦੂਜੇ ਪਾਸੇ ਮੰਦਰਾਂ ਮਸੀਤਾਂ ਜਾ ਕੇ ਪੂਜਦੇ ਹਾਂ, ਇੱਥੇ ਵੀ ਪ੍ਰਸ਼ਾਦ ਕਰਾਉਂਦੇ ਆ, ਗੁੱਗੇ ਬਾਬੇ ਨੂੰ ਵੀ ਭੋਗ ਲਵਾਉਂਦੇ ਆ ਮਿੱਠੇ ਚੌਲਾਂ ਦਾ, ਇੱਥੇ ਵੀ ਸੁਖਮਨੀ ਸਾਹਿਬ ਪੜ੍ਹਦੇ ਆ ਤੇ ਮਾੜੀ ਤੇ ਜਾ ਕੇ ਖੇੜੇ ਤੇ ਜਾ ਕੇ ਵੀ ਪਾਠ ਕਰਦੇ ਆ। ਮਤਲਬ ਕਹਿਣ ਦਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਨਿਸ਼ਚਾ ਹੀ ਨਹੀਂ ਹੈ, ਬਾਣੀ ਪੜ੍ਹਦਿਆਂ ਹੋਇਆਂ ਵੀ ਗੁਰੂ ਤੇ ਭਰੋਸਾ ਨਹੀਂ ਹੈ। ਖੁਦ ਸਾਨੂੰ ਸਿੱਖਾਂ ਨੂੰ ਹੋਰਨਾਂ ਦੀ ਬਾਤ ਬੜੀ ਦੂਰ ਦੀ ਹੈ। ਕਲਗੀਧਰ ਮਹਾਰਾਜ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਾਂ ਜੋਤੀ ਜੋਤ ਸਮਾਉਣ ਲੱਗੇ ਸਨ
ਤਾਂ ਸਿੰਘਾਂ ਨੇ ਭੱਜ ਕੇ ਗੁਰੂ ਜੀ ਦੇ ਪੈਰ ਛੂਹਣੇ ਚਾਹੇ, ਚਰਨਾਂ ਨੂੰ ਹਾਥੀ ਨਾ ਲੱਗਾ। ਜਿਸ ਵਕਤ ਹੱਥਾਂ ਨੂੰ ਝਟਕਾ ਲੱਗਾ ਤਾਂ ਬੇਨਤੀ ਕੀਤੀ, ਹੇ ਗੁਰੂ ਮਹਾਰਾਜ, ਚਰਨ ਦੇਖਤਾ ਰਹੇ ਨੇ, ਜਿਨ੍ਹਾਂ ਚਰਨਾਂ ਦੇ ਵਿੱਚ ਸਾਰੀ ਉਮਰ ਮੌਜ ਮਾਣੀ ਹੈ, ਉਹਨਾਂ ਚਰਨਾਂ ਨੂੰ ਹੱਥ ਕਿਉਂ ਨਹੀਂ ਲੱਗ ਰਿਹਾ ਜੀ, ਅਸੀਂ ਮੱਥਾ ਟੇਕਣਾ ਹੈ। ਤਾਂ ਸਤਿਗੁਰੂ ਜੀ ਕਹਿਣ ਲੱਗੇ, ਸਾਡਾ ਅਸਲੀ ਸਰੂਪ ਨਹੀਂ ਹੈ। ਫਿਰ ਅਸਲੀ ਸਰੂਪ ਕਿਹੜਾ ਹੈ? ਅਸਲੀ ਸਰੂਪ ਹੈ ਸਾਡਾ ਗੁਰਬਾਣੀ। ਭਾਈ ਆਨੰਦ ਲਾਲ ਜੀ ਨੇ ਗੁਰੂ ਜੀ ਦੀ ਸਿੱਖਿਆ ਨੂੰ ਆਪ ਦੇ ਰਹਿਤਨਾਮੇ ਵਿੱਚ ਅੰਗਤ ਕੀਤਾ ਹੈ। ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਸਿੱਖਿਆ ਦਿੱਤੀ। ਕਹਿਣ ਲੱਗੇ, ਸੁਣੋ ਭਾਈ, तीन रूप है मोहे के। महाराज आप दे किन्ने रूप ने? कहंदे मेरे तीन रूप हन। सुनो नंद चित लाए। हे भाई नंद लाल सिंह जी, चित ला के सुनो। तीन रूप केड़े ने? निर्गुण एक साडा निर्गुण रूप है, दूसरा सरगुण रूप है, तीसरा गुर शब्द रूप है। श्री गुरु ग्रंथ साहिब रूप है निर्गुण सरगुण गुर शब्द कहूँ तो ही समझाए। ये तुहानू समझा बुझा के कह दिंदे हाँ। श्री गुरु ग्रंथ साहिब ते निश्चय रखना। जिहड़ा कोई साडे दर्शन करने चाहुंदा है, नहा धो के श्री गुरु ग्रंथ साहिब जी की पावन हजूरी विच बैठ के प्यार नाल मंगल पढ़े। ਵੱਧ ਤੋਂ ਵੱਧ 3 ਮੰਗਲ ਪੜ੍ਹਨੇ ਚਾਹੀਦੇ ਨੇ। ਕਈ ਮੇਰੇ ਵਾਂਗ ਅਖੰਡ ਪਾਠ ਰੱਖ ਕੇ ਬਹਿ ਜਾਂਦੇ ਨੇ। ਉਹ ਸੰਗਤ ਮੂੰਹ ਵੱਲ ਵੇਂਦੀ ਹੁੰਦੀ ਵੀ ਹੁਕਮਨਾਮਾ ਬਾਬਾ ਸੁਣਾਏ, ਤੇ ਬਾਬਾ ਅਖੰਡ ਪਾਠ ਰੱਖ ਕੇ ਬਹਿ ਜਾਂਦਾ। ਬੜੇ ਬੜੇ ਲੰਬੇ ਸ਼ਬਦ ਮੰਗਲਾਂ 'ਚ ਨਹੀਂ ਪੜ੍ਹਨੇ ਚਾਹੀਦੇ। ਲੋਕ ਮੂੰਹ ਵੱਲ ਵੇਂਦੇ ਨੇ ਕਿਉਂਕਿ ਕਾਹਲੇ ਬੈਠੇ ਹੁੰਦੇ ਨੇ। ਪਹਿਲੀ ਇੱਕ ਪੰਕਤੀ ਜਾਂ 2 ਪੰਕਤੀਆਂ ਦੇ ਮੰਗਲ, 1 ਜਾਂ 2, ਵੱਧ ਤੋਂ ਵੱਧ 3 ਕਰੋ। ਸੋ ਇਉਂ ਪ੍ਰੇਮ ਸਤਿਕਾਰ ਨਾਲ ਮਰਿਆਦਾ ਦੇ ਸਹਿਤ ਗੁਰੂ ਸਾਹਿਬ ਜੀ ਤੋਂ ਰੁਮਾਲਾ ਸਾਹਿਬ ਉਤਾਰ ਕੇ ਤੇ ਸ੍ਰੀ ਮੁਖ ਵਾਕ ਲਓ, ਜਾਂ ਜਿਹੜੀ ਬਾਣੀ ਦਾ ਪਾਠ ਕਰਨਾ ਉਹਨੂੰ ਪੜੋ। ਜਿਹੜੇ ਗੁਰਬਾਣੀ ਦੇ ਦਰਸ਼ਨ ਨੇ ਇਹ ਮੇਰੇ ਦਰਸ਼ਨ ਹਨ। ਜੋ ਗੁਰਬਾਣੀ ਦਾ ਪਾਠ ਹੈ ਇਹ ਮੇਰੇ ਨਾਲ ਬਾਤਾਂ ਮਾਰਨੀਆਂ ਨੇ। ਜਿਹੜਾ ਤਾਂ ਗੁਰੂ ਵੱਲੋਂ ਉਪਦੇਸ਼ ਹੈ, ਸਮਝਣਾ ਕਿ ਗੁਰੂ ਸਾਹਿਬ ਜੀ ਬੋਲ ਰਹੇ ਨੇ। ਜੋ ਜਗਿਆਸੂ ਮੁਖ ਵੱਲੋਂ ਬੇਨਤੀ ਹੈ, ਸਮਝਣਾ ਕਿ ਅਸੀਂ ਆਪਣੇ ਵੱਲੋਂ ਰਿਕਵੈਸਟ ਕਰ ਰਹੇ ਹਾਂ। ਇਉਂ ਗੁਰਬਾਣੀ ਤੇ ਸ਼ਰਧਾ ਰੱਖਣੀ ਹੈ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਸ ਦਿਨ ਸੰਮਤ 1661 ਬਿਕਰਮੀ 1604 ਈਸਵੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਰਮੰਦਰ ਸਾਹਿਬ ਸੱਚਖੰਡ ਵਿਖੇ ਪ੍ਰਕਾਸ਼ ਕਰ ਦਿੱਤਾ, ਉਸ ਦਿਨ ਤੋਂ ਗੁਰੂ ਸਾਹਿਬ ਜੀ ਗੱਦੀ ਲਾ ਕੇ ਹਰਮੰਦਰ ਸਾਹਿਬ ਨਹੀਂ ਬੈਠੇ। ਜਦ ਜਾਂਦੇ ਸਨ ਤਾਂ ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਲਾਈ ਹੋਈ ਸੀ ਚੌਰ ਸਾਹਿਬ ਦੇ, ਤੇ ਆਪ ਮਹਾਰਾਜ ਮੱਥਾ ਟੇਕ ਕੇ ਰਾਗੀਆਂ ਦੇ ਮਗਰ ਬਹਿ ਕੇ 1 ਜਾਂ 2 ਸ਼ਬਦ ਸੁਣ ਕੇ ਮੰਦਰ ਭਾਗ ਜੁਗਤ ਸੇਵ ਰਹਿਤਾ ਸੇਵ ਕਲਿਆਣ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਹਰਮੰਦਰ ਸਾਹਿਬ ਦੇ ਭਾਗ ਇੱਕ ਹਿੱਸੇ ਵਿੱਚ ਰਾਗੀਆਂ ਦੇ ਪਿੱਛੇ ਬੈਠ ਕੇ ਸਿੱਖਾਂ ਦੇ ਨਾਲ ਮਿਲ ਕੇ ਵੱਧ ਤੋਂ ਵੱਧ 2-3 ਸ਼ਬਦ ਸੁਣ ਕੇ ਬਾਹਰ ਆ ਜਾਂਦੇ, ਕਿਉਂਕਿ ਸੰਗਤਾਂ ਵਧੋ ਵਧੀ ਗੁਰੂ ਜੀ ਦੇ ਪੈਰੀ ਹੱਥ ਲਾਉਣਾ ਚਾਹੁੰਦੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਵੇਖਦਿਆਂ ਮਹਾਰਾਜ ਬਹੁਤਾ ਲੰਬਾ ਸਮਾਂ ਹਰਮੰਦਰ ਸਾਹਿਬ ਦੇ ਅੰਦਰ ਨਹੀਂ ਬੈਠਦੇ। ਇਸੇ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਪਦੇ ਘਰ ਉੱਠ ਕੇ ਨਹਾ ਧੋ ਕੇ 5 ਬਾਣੀਆਂ ਤੇ ਸੁਖਮਨੀ ਸਾਹਿਬ ਘਰ ਪੜ੍ਹ ਕੇ ਜਾਂਦੇ ਜ਼ਬਾਨੀ। ਫਿਰ ਦਸਤਾਰਾ ਸਜਾ ਕੇ ਬਾਣਾ ਪਾ ਕੇ ਮਿੰਟ ਦੀ ਮਿੰਟ ਹਰਮੰਦਰ ਸਾਹਿਬ ਆ ਕੇ ਮੱਥਾ ਟੇਕਦੇ, ਅੰਦਰ ਨਹੀਂ ਬੈਠਦੇ। ਜੇ ਬਹਿਣਾ ਸ਼ਬਦ 1-2 ਸੁਣ ਕੇ ਬਾਹਰ ਆ ਕੇ ਹਰਮੰਦਰ ਸਾਹਿਬ ਤੇ ਬਾਹਰ ਦਰਸ਼ਨੀ ਡਿਓੜੀ ਤੇ ਬਾਰ-ਬਾਰ ਸ੍ਰੀ ਅਕਾਲ ਤਖਤ ਸਾਹਿਬ, ਜਿੱਥੋਂ ਕਿ ਅੰਦਰੋਂ
ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠਾ ਹੋਇਆ ਕੋਈ ਵੀ ਇਨਸਾਨ ਨੂੰ ਨਹੀਂ ਦਿਖਦਾ, ਪਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹਰਿਮੰਦਰ ਸਾਹਿਬ ਦੇ ਦਰਸ਼ਨ ਹੁੰਦੇ ਨੇ। ਇਸ ਤਰ੍ਹਾਂ ਦਾ ਨਕਸ਼ਾ ਮਹਾਰਾਜ ਨੇ ਬਣਾਇਆ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ। ਥੜਾ ਸਾਹਿਬ ਉਹਦੇ ਤੇ ਮਹਾਰਾਜ ਦੀਵਾਨ ਲਾਉਂਦੇ, ਕਥਾ ਕਰਦੇ, ਢਾਡੀ ਵਾਰਾ ਸਰਵਣ ਕਰਦੇ। ਇਹ ਗੁਰੂ ਸਾਹਿਬ ਜੀ ਦੀ ਮਰਿਆਦਾ ਰਹੀ ਹੈ। ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਸਾਹਿਬ ਜੀ ਦੇ ਗੋਡੇ ਨੂੰ ਸੱਟ ਲੱਗ ਗਈ ਸੀ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਚੰਗੇ ਭਲੇ ਬਰਾਜੇ ਸੀ, ਦੁਪਹਿਰ ਦਾ ਸਮਾਂ ਤੇ ਇੰਨੀ ਕਾਹਲੀ ਨਾਲ ਕਿਉਂ ਉੱਠੇ ਹੋ? ਆਰਾਮ ਦੇ ਨਾਲ ਉੱਠਦੇ, ਵੇਖੋ ਗੋਡੇ ਨੂੰ ਸੱਟ ਲੱਗ ਗਈ ਹੈ। ਤਾਂ ਗੁਰੂ ਸਾਹਿਬ ਕਹਿਣ ਲੱਗੇ, ਹੇ ਗੁਰਸਿੱਖੋ, ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ। ਜਿਹੜੀ ਸਾਧ ਸੰਗਤ ਕਿਤੇ ਕਾਬਲ ਤੋਂ ਆ ਰਹੀ ਸੀ ਤੇ ਉਹ ਢੋਲਕੀ ਚਮੜਿਆਂ ਦੇ ਨਾਲ ਕੀਰਤਨ ਕਰਦੀ ਆ ਰਹੀ ਸੀ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ। ਪੁਰਾਤਨ ਸੰਗਤਾਂ ਦੀ ਮਰਿਆਦਾ ਸੀ ਕਿ ਜਦ ਵੀ ਉਹ ਗੁਰਦੁਆਰੇ ਸਾਹਿਬ ਆਉਂਦੀਆਂ ਸਨ ਤਾਂ ਢੋਲਕੀ ਵਜਾ ਕੇ, ਛੈਣੇ ਚਿਮਟੇ ਵਜਾ ਕੇ ਕੀਰਤਨ ਕਰਦੇ ਆਉਂਦੇ ਸਨ। ਅੱਜ ਕੱਲ ਸਾਡੇ ਕੰਨਾਂ ਨੂੰ ਮੋਬਾਈਲ ਹੁੰਦਾ, ਹਾਂ ਕਿੱਥੇ ਆ ਫਲਾਣੀ ਜਗ੍ਹਾ ਤੇ ਇੰਝ ਉਂਝ, ਕੋਈ ਕਿਸੇ ਨਾਲ ਗੱਲਾਂ ਮਾਰਦਾ, ਕੋਈ ਕਿਸੇ ਨਾਲ ਬਾਤਾਂ ਮਾਰਦਾ ਹੁੰਦਾ। ਪਹਿਰੇਦਾਰ ਬਾਂਹ ਤੋਂ ਹਲਾਉਂਦਾ, ਸਿਰ ਢੱਕ ਲੋ, ਕਹਿੰਦਾ ਲਿਆਓ ਰੁਮਾਲ। ਉਹ ਵੀ ਪਹਿਰੇਦਾਰ ਕੋ ਆਪਾਂ ਮੰਗਦੇ ਆ, ਮਤਲਬ ਬੋਝੀ ਚ ਰੁਮਾਲ ਵੀ ਨਹੀਂ ਹੈ। ਆਏ ਗੁਰਦੁਆਰੇ ਆ, ਪਾਈ ਨਿੱਕਰ ਹੈ, ਸੁੱਤੇ ਉੱਠੇ ਪਤਾ ਨਹੀਂ ਮੂੰਹ ਵੀ ਧੋਤਾ ਜਾਂ ਨਹੀਂ ਧੋਤਾ, ਮਾਫ ਕਰਨਾ। ਨਾਈਟ ਸੂਟਾਂ ਦੇ ਨਾਲ ਆਪਾਂ ਆਫਿਸ 'ਚ ਜਾ ਸਕਦੇ ਹਾਂ, ਕਿਸੇ ਆਫੀਸਰ ਦੇ ਸਾਹਮਣੇ ਬੈਠ ਸਕਦੇ ਹਾਂ? ਬਿਲਕੁਲ ਨਹੀਂ। ਫਿਰ ਨੈਟ ਸੂਟ ਪਾ ਕੇ ਗੁਰਦੁਆਰੇ ਆਉਣ ਦਾ ਕੀ ਮਤਲਬ ਹੋਇਆ? ਇੱਥੇ ਤਾਂ ਸ਼ਹਿਨਸ਼ਾਹ ਪਾਤਸ਼ਾਹ ਦਾ ਘਰ ਹੈ। ਤੋ ਇਸ ਲਈ ਤਿਆਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਤਾਰਾਂ ਦੇ ਮੁਕਾਬਲੇ ਕਰਾਉਂਦੇ। ਅੱਜ ਸਾਡੀ ਬੋਝੀ ਚ ਰੁਮਾਲ ਵੀ ਨਹੀਂ ਸਿਰ ਢੱਕਣ ਲਈ। ਪੌਂਡਾ ਸਾਹਿਬ ਜਿੱਥੇ ਗੁਰੂ ਸਾਹਿਬ ਜੀ ਦਸਤਾਰਾਂ ਵਾਲਿਆਂ ਨੂੰ ਇਨਾਮ ਦਿੰਦੇ ਸਨ, ਉਹ ਗੁਰਦੁਆਰਾ ਵੱਖਰਾ ਬਣਿਆ ਹੋਇਆ ਹੈ ਪੌਂਡਾ ਸਾਹਿਬ। ਜਿਹਨੇ ਵਧੀਆ ਦਸਤਾਰ ਸਜਾਈ ਹੁੰਦੀ ਮਹਾਰਾਜ ਉਹਨੂੰ ਇਨਾਮ ਦਿੰਦੇ। ਤੋ ਇੰਜ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਮਰਿਆਦਾ ਹੈ ਕਿ ਗੁਰਬਾਣੀ ਪੜ੍ਹਦਿਆਂ, ਸਤਿਨਾਮ ਵਾਹਿਗੁਰੂ ਦਾ ਜਾਪ ਜਪਦਿਆਂ, ਸੋਹਣੇ ਵਸਤਰ ਪਹਿਨ ਕੇ ਮਹਾਰਾਜ ਦੇ ਦਰਸ਼ਨ ਕਰਨੇ। ਜਦ ਸੰਗਤ ਕੀਰਤਨ ਕਰਦੀ ਸੁਣੀ ਤਾਂ ਗੁਰੂ ਸਾਹਿਬ ਜੀ ਅਬੜਵਾਏ ਉੱਠੇ, ਕਹਿੰਦੇ ਗੁਰਬਾਣੀ ਦਾ ਸਤਿਕਾਰ ਅਸੀਂ ਨਹੀਂ ਕਰਾਂਗੇ, ਹੋਰ ਕੌਣ ਕਰੇਗਾ? ਕਿਉਂਕਿ ਕੀਰਤਨ ਕਰਦੇ ਆਂਗੇ ਹੱਥ ਜੋੜ ਕੇ ਖਲੋਣਾ ਚਾਹੀਦਾ, ਨਾ ਕਿ ਮੰਜੇ ਉੱਪਰ ਬੈਠ ਕੇ ਜਾਂ ਗੱਦੀ ਲਾ ਕੇ ਬੈਠ ਕੇ ਕੀਰਤਨ ਦੀ ਹਾਜ਼ਰੀ ਭਰੀਏ। ਬਿਲਕੁਲ ਨਹੀਂ। ਸਟੇਜ ਦੇ ਉੱਪਰ ਜਾਂ ਕਿਤੇ ਵੀ ਸਾਹਿਬਾਂ ਦੀ ਹਜ਼ੂਰੀ 'ਚ ਤਕੀਆ ਨਹੀਂ ਲਾਉਣਾ, ਸਰਾਣਾ ਨਹੀਂ ਲਾਉਣਾ, ਕਿਤੇ ਢੋਹ ਨਹੀਂ ਲਾਉਣੀ ਤੇ ਬਿਲਕੁਲ ਐਕਟਿਵ। ਜਿਸ ਤਰ੍ਹਾਂ ਕੋਈ ਵੀ ਮਸ਼ੀਨਰੀ ਜ਼ਿਆਦਾਤਰ ਆਪਾਂ ਉਹਦੇ ਤੇ ਕੰਮ ਕਰਦੇ ਹਾਂ ਤੇ ਸਾਵਧਾਨ ਇਕਾਗਰ ਚੀਜ਼, ਪੂਰੀ ਸਾਵਧਾਨੀ ਦੇ ਨਾਲ ਆਪਾਂ ਕਾਰੋਬਾਰ ਕਰਦੇ ਹਾਂ। ਇੰਝ ਹੀ ਗੁਰੂ ਮਹਾਰਾਜ ਦੀ ਬਾਣੀ ਪੜ੍ਹਨੀ, ਸਾਹਿਬਾਂ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਸਾਵਧਾਨਤਾ ਦੇ ਨਾਲ ਸ਼ਰਧਾ ਸਹਿਤ ਜਿਹੜੇ ਸਾਹਿਬ ਤੋਂ ਥੋੜਾ ਜਿਹਾ ਹਟ ਕੇ ਚੌਂਕੜਾ ਮਾਰ ਕੇ ਗਲ 'ਚ ਪਰਨਾ ਪਾ ਕੇ ਹੱਥ ਜੋੜ ਕੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਹਾਜ਼ਰੀ ਭਰਨੀ ਚਾਹੀਦੀ ਹੈ। ਕਿਉਂਕਿ ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨਿਸਤਾਰੇ। ਸਭ ਹੈ ਬ੍ਰਹਮ ਹੈ ਪਸਰਿਆ। ਇਹ ਸਾਰੇ ਸੰਸਾਰ 'ਚ ਪਸਰਿਆ, ਇਹ ਗੁਰਬਾਣੀ 'ਚ ਨਹੀਂ ਹੈ। ਗੁਰਬਾਣੀ 'ਚ ਵੀ ਉਹੀ ਬ੍ਰਹਮ ब्रह्म दिसै ब्रह्म सुनिए एक एक बखानिए आत्म विसारा करन हारा पर बिना नहीं जानिए। इउं बाणी दे विच भी उस ब्रह्म दी अकाल पुरख दी जोत जिहड़ी दसां पातशाहियां विच वरती वाहु वाहु बाणी निरंकार है तिस जीवड़ अवर न कोय उसी जोत दा वासा है। मन बीजिया खावारे पर जिस तरह दी आपां शरधा दा बीज बीजांगे मन विच फल उसी तरह दा मिलूगा।
ਜੇ ਸ਼ਰਧਾ ਨਹੀਂ ਰੱਖਾਂਗੇ ਤਾਂ ਫਲ ਵੀ ਨਹੀਂ ਮਿਲੂਗਾ। ਉਸ ਤਰ੍ਹਾਂ ਦਾ ਫਲ ਹੈ। ਧੰਨੇ ਨੇ ਵੇਖੋ ਪੱਥਰ ਤੇ ਸ਼ਰਧਾ ਕੀਤੀ ਤੇ ਉਹਨੇ ਪੱਥਰ ਚੋਂ ਖੂਹ ਤੇ ਬੈਠਿਆ ਰੱਬ ਪਾ ਲਿਆ, ਗੋਹੇ ਦਾ ਧੂਪ ਦਿਖਾ ਕੇ। ਤੇ ਅਸੀਂ ਕਿਆ ਸੋਹਣੀ ਦੇਸੀ ਘਿਓ ਵਾਲੀ ਧੂਪ ਦਿਖਾਉਂਦੇ ਆ, ਦੇਸੀ ਘਿਓ ਦੀ ਜੋਤ ਜਗਾਉਂਦੇ ਆ। ਕਿਆ ਸੋਹਣਾ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦਾ ਪ੍ਰਕਾਸ਼ ਕਰਕੇ ਆਪਾਂ ਬਾਣੀ ਦਾ ਪਾਠ ਕਥਾ ਕੀਰਤਨ ਕਰਦੇ ਆ। ਤੇ ਕਿਆ ਸੋਹਣਾ ਵੇਖੋ ਗੁਰਦੁਆਰਾ ਹੈ ਸੱਚਖੰਡ ਵਰਗਾ, ਫਿਰ ਵੀ ਸਾਨੂੰ ਰੱਬ ਦੇ ਦਰਸ਼ਨ ਨਹੀਂ ਹੋ ਰਹੇ। ਕਿਹਦੇ ਵਿੱਚ ਘਾਟ ਹੈ? ਸਾਡੇ ਆਪਣੇ ਵਿੱਚ ਹੀ ਹੋਊਗੀ। ਉਹ ਧੰਨਾ ਕਿਤੇ ਗੁਰਦੁਆਰੇ ਵੀ ਨਹੀਂ ਗਿਆ, ਉਹਦਾ ਪੱਥਰ ਵੀ ਵੇਖੋ ਪੱਥਰ ਸੀਗਾ, ਕੋਈ ਸੱਚਾ ਨਹੀਂ ਸੀ, ਝੂਠਾ ਪੱਥਰ ਸੀਗਾ, ਪਰ ਗੱਲ ਤਾਂ ਭਰੋਸੇ ਦੀ ਹੈ। ਮਹਾਰਾਜ ਨੇ ਆਵਾਜ਼ ਦਿੱਤੀ ਵੀ ਧੰਨਿਆ ਤੇਨਾਂ ਧੋਖਾ ਹੋਇਆ ਹੀ ਉਹ ਲਵੇਰੀ ਗਾਂ ਦੇ ਲਾਲਚ ਵਿੱਚ ਪੰਡਤ ਨੇ ਤੈਨੂੰ ਪੱਥਰ ਐਵੇਂ ਲਪੇਟ ਕੇ ਦੇ ਦਿੱਤਾ ਤੇ ਤੂੰ ਇਹਨੂੰ ਭਗਵਾਨ ਬਣ ਕੇ ਤਰਲੇ ਦੀ ਮਿੰਨਤਾਂ ਕਰ ਰਿਹਾ। ਪੱਥਰ ਹੈ ਕੋਈ ਭਗਵਾਨ ਥੋੜਾ। ਹਾਂ ਮਹਾਰਾਜ ਬਹੁਤ ਤੂੰ ਸਿਆਣਾ ਹੈ, ਬੜੀ ਸਿਆਣੀ ਗੱਲ ਸਮਝਾਈ ਹੈ। ਫਿਰ ਉਹ ਠਾਪ ਦਾ ਕੰਮ ਕਰ, ਤੂੰ ਰੋਟੀਆਂ ਰੱਖ ਕੇ ਤਰਲੇ ਮਾਰੀਆਂ। ਕਹਿੰਦੇ ਚੰਗਾ ਮਹਾਰਾਜ ਗੱਲ ਤਾਂ ਤੇਰੀ ਸਹੀ ਹੈ, ਜੇ ਪੱਥਰ ਖਾਂਦੇ ਨਹੀਂ ਤਾਂ ਫਿਰ ਪੱਥਰ ਬੋਲਦੇ ਵੀ ਨਹੀਂ। ਇਹ ਬੋਲ ਕੌਣ ਰਿਹਾ? ਕਿਹੜਾ ਬੋਲ ਰਿਹਾ? ਉਹ ਮੇਰੇ ਸਾਹਮਣੇ ਕਿਉਂ ਨਹੀਂ ਆਉਂਦਾ? ਮੈਨੂੰ ਦਰਸ਼ਨ ਕਿਉਂ ਨਹੀਂ ਦਿੰਦਾ? ਉੱਪਰੋਂ ਮੇਰੇ ਨਾਲ ਬਚਨ ਕਰ ਰਿਹਾ ਤੇ ਉਹ ਮੇਰੇ ਸਾਹਮਣੇ ਆਏ। ਮੈਂ ਪੱਥਰ ਠੀਕ ਹੈ ਕਿ ਪੱਥਰ ਰੱਖ ਕੇ ਬੈਠਾ, ਪਰ ਜਿਹੜਾ ਬੋਲ ਰਿਹਾ ਮੈਂ ਤਾਂ ਉਹਦੇ ਧਿਆਨ ਵਿੱਚ ਮਸਤ ਹਾਂ। ਕਿਰਪਾ ਕਰਕੇ ਇਹ ਪਰਮੇਸ਼ਰ, ਇਹ ਭਗਵਾਨ ਮੈਨੂੰ ਦਰਸ਼ਨ ਦਿਓ। ਭਗਤੀ ਕੀਤੀ ਹੈ ਪੱਥਰ ਦੀ ਨਹੀਂ, ਪਰਮਾਤਮਾ ਦੀ। ਪੱਥਰ 'ਚ ਧਿਆਨ ਨਹੀਂ ਸੀਗਾ, ਧਿਆਨ ਰੱਬ ਦੇ ਚਰਨਾਂ 'ਚ ਸੀਗਾ। ਭਰੋਸਾ ਵਾਹਿਗੁਰੂ ਦੇ ਉੱਪਰ ਸੀਗਾ। ਧੁਨ ਮੈਂ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਇਹ ਬਿਦ ਸੁਣ ਕੇ ਜੱਟੁਰ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਪੜਵਾਗਾ। ਸਾਡੇ ਕੇ ਪ੍ਰਕਾਸ਼ ਪੋਥੀਆਂ ਹੁੰਦੀਆਂ ਨੇ, ਸੱਚੀ ਸੁੱਚੀ ਗੁਰਬਾਣੀ, ਧਿਆਨ ਸਾਡਾ ਬਾਹਰਲੇ ਪਾਸੇ, ਉਲਟੇ ਸਿੱਧੇ ਪਾਸੇ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠਿਆਂ ਵੀ ਧਿਆਨ ਨਹੀਂ ਜੁੜਦਾ। ਉਹਨੇ ਪੱਥਰ ਦੇ ਅੱਗੇ ਰੱਬ 'ਚ ਧਿਆਨ ਲਾ ਲਿਆ, ਸਾਡੇ ਅੱਗੇ ਰੱਬ ਖੁਦ ਭਗਵਾਨ ਹੈ, ਸਾਡਾ ਫਿਰ ਵੀ ਧਿਆਨ ਨਹੀਂ ਜੁੜਦਾ। ਕਿਉਂ? ਕਮੀ ਪੇਸ਼ੀ ਤਾਂ ਆਪਣੇ ਵਿੱਚ ਹੈ ਕਿਤੇ ਨਾ ਕਿਤੇ। ਮਨ ਬੀਜਿਆ ਖਾਵਾਰੇ, ਜਿਹੋ ਜਿਹਾ ਮਨ ਸੰਕਲਪ ਰੋਗ ਜਾਂ ਕਰਮਾਂ ਦਾ ਬੀਜ ਬੀਜਦਾ ਹੈ, ਉਹੋ ਜਿਹਾ ਹੀ ਪਰਮੇਸ਼ਰ ਫਲ ਖਵਾਉਣਾ ਕਰਦਾ। ਸ਼ਰਧਾ ਵਾਲਿਆਂ ਨੂੰ ਭਾਗ ਲੱਗਦੇ ਹਨ। ਜਿਉ ਜਾਨ ਚੰਦਰਹਾਸ ਦੁਖਿਆ ਤ੍ਰਿਸ਼ਟ ਬੁੱਧੀ। ਇੱਕ ਸੰਤ ਦਾ, ਇੱਕ ਭਗਤ ਦਾ ਦ੍ਰਿਸ਼ਟਾਂਤ ਦਿੰਦੇ ਨੇ। ਇਹ ਬੜਾ ਵੱਡਾ ਭਗਤ ਹੋਇਆ ਹੈ, ਭਰੋਸੇ ਵਾਲਾ ਤੇ ਬੰਦਗੀ ਵਾਲਾ। ਉਹਨੂੰ ਭਗਤ ਜਨ ਮਹਾਰਾਜ ਨੇ ਲਿਖਿਆ। ਜਿਉ ਜਨ, ਜਨ ਦਾ ਮਤਲਬ ਹੈ ਭਗਤ। ਚੰਦਰਹਾਸ, ਚੰਦਰਹਾਸ ਨੂੰ ਦੁਖੀਆ ਤ੍ਰਿਸ਼ਟ ਬੁੱਧੀ, ਤ੍ਰਿਸ਼ਟ ਬੁੱਧੀ ਨਾਮੀ ਰਾਜੇ ਦੇ ਵਜ਼ੀਰ ਨੇ ਦਿਖਾਉਣਾ ਕੀਤਾ ਸੀਗਾ। ਤ੍ਰਿਸ਼ਟ ਬੁੱਧੀ ਵਜ਼ੀਰ ਦਾ ਨਾਮ ਹੈ, ਚੰਦਰਹਾਸ ਭਗਤ ਦਾ ਨਾਮ ਹੈ। ਭਾਵ ਚੰਦਰਹਾਸ ਭਗਤ ਨੂੰ ਨਾਸ਼ ਕਰਨਾ ਚਾਹਿਆ ਸੀ ਤ੍ਰਿਸ਼ਟ ਬੁੱਧੀ ਵਜ਼ੀਰ ਨੇ। ਜਿਵੇਂ ਸੋ ਆ ਬੀਬੀ ਇੰਦਰਾ ਸੰਤਾਂ ਦੇ ਮਗਰ ਪਈ ਰਹੀ ਸਾਰੀ ਉਮਰ। ਸੰਤਾਂ ਦੀ ਤਾਂ ਅੱਜ ਵੀ ਜੈ ਜੈਕਾਰ ਹੈ। ਨਿਆਣੇ ਸਾਡੇ ਜਿਹੜੇ ਉਦੋਂ ਜੰਮੇ ਵੀ ਨਹੀਂ ਸੀ, ਉਹ ਛਾਡਾਂ ਦੇ ਫੋਟੋਆਂ ਲਾਈ ਫਿਰਦੇ ਨੇ। ਇੰਦਰਾ ਨੂੰ ਭਾਵੇਂ ਕੋਈ ਜਾਣੇ ਨਾ ਬੁੱਝੇ, ਉਹਦੀ ਕਬਰ ਤੇ ਠੀਕ ਹੈ ਸਾਲ ਬਾਅਦ ਉਹਦਾ ਮੁੰਡਾ ਜਾਂ ਉਹਦਾ ਧੀ ਪੁੱਤ ਫੁੱਲ ਮਾੜਾ ਚੜਾਉਂਦਾ ਹੋਊਗਾ, ਬਾਕੀ ਤਾਂ ਨਹੀਂ ਹੋਰ ਕਿਸੇ ਨੂੰ ਪਤਾ ਵੀ ਉਹਦੀ ਮੜੀ, ਉਹਦੀ ਕਬਰ ਕਿੱਥੇ ਹੈ। ਪਰ ਸੰਤਾਂ ਦੇ ਗੁਰਦੁਆਰੇ ਸਾਹਿਬ ਬਣੇ ਹੋਏ ਨੇ। ਇੰਜ ਨਾਸ਼ ਕਰਨਾ ਚਾਹਿਆ ਸੀ ਤ੍ਰਿਸ਼ਟ ਬੁੱਧੀ ਨੇ, ਪਰ ਉਹਦਾ ਆਪਦਾ ਨਾਸ਼ ਹੋ ਗਿਆ। ਆਪਣਾ ਘਰ ਲੋਕੀ ਜਾਰੇ, ਪਰ ਤ੍ਰਿਸ਼ਟ ਬੁੱਧੀ ਨੇ ਆਪਣਾ ਹੀ ਕਾਰਿਆ ਰੂਪੀ ਚਵਾਤੀ ਲਾ ਕੇ ਸਾੜ ਲੈਣਾ ਕੀਤਾ ਸੀ। ਇਹ ਸਾਖੀ ਸਾਧ ਸੰਗਤ ਜੀ ਦੇ ਨਾ ਸੁਣਾਈ ਤਾਂ ਪੰਕਤੀ ਦਾ ਭਾਵ ਅਰਥ ਸਪਸ਼ਟ ਨਹੀਂ ਹੋਏਗਾ। ਇਹਦੀ ਸਾਖੀ ਜ਼ਿਕਰਯੋਗ ਹੈ। ਚੰਦਰਹਾਸ ਦਾ ਪਿਤਾ ਸੀ ਸੁਧਰਮਾ, ਜਿਹੜਾ ਕਰਾਲ ਦੇਸ਼ ਦਾ ਰਾਜਾ ਹੋਇਆ, ਬੜਾ ਦਿਆਲੂ।
ਗਰੀਬਾਂ ਦੀ ਤਰਸ ਕਰਨ ਵਾਲਾ ਤੇ ਪ੍ਰਜਾ ਦਾ ਪਾਲਕ ਸੀਗਾ। ਇਸੇ ਕਰਕੇ ਸਾਰੀ ਪ੍ਰਜਾ ਉਹਦਾ ਸਤਿਕਾਰ ਕਰਦੀ ਸੀ। ਸਾਰੇ ਮੰਤਰੀ ਅਹਿਲਕਾਰ ਆਗਿਆ ਦੇ ਵਿੱਚ ਰਾਜ ਭਾਗ ਦਾ ਕਾਰਜ ਕਰਦੇ ਸਨ। ਇਹਦੇ ਵਿੱਚ ਹੋਰਨਾਂ ਰਾਜਿਆਂ ਨਾਲੋਂ ਇਹ ਵਿਸ਼ੇਸ਼ਤਾ ਸੀ ਕਿ ਇਹਦੇ ਕੋਲ ਬਹਾਦਰ ਸੈਨਾ ਤੇ ਅਹਿਲਕਾਰਾਂ ਦੇ ਆਗਿਆਕਾਰ ਹੋਣ ਕਰਕੇ ਕਿਸੇ ਬਾਹਰਲੇ ਦੇਸ਼ ਦੇ ਰਾਜੇ ਨੂੰ ਇਹਦੇ ਉੱਪਰ ਹਮਲਾ ਕਰਨ ਦਾ ਹੀ ਨਹੀਂ ਸੀ ਪੈਂਦਾ। ਸਾਰੇ ਦੇਸ਼ਾਂ ਦੇ ਰਾਜੇ ਇਹਦੇ ਨਾਲ ਮਿੱਤਰ ਭਾਵ ਰੱਖਣਾ ਹੀ ਚੰਗਾ ਸਮਝਦੇ ਸਨ। ਰਾਜਾ ਸੁਧਰਮਾ ਬਹੁਤ ਸੰਤ ਸੇਵੀ ਸੀ। ਇਹਨੇ ਆਪਣੇ ਰਾਜ ਵਿੱਚ ਥਾਂ ਥਾਂ ਭੰਡਾਰੇ ਕੋਲ ਰੱਖੇ ਸਨ। ਰਾਹੀ ਮੁਸਾਫਰਾਂ ਦੇ ਠਹਿਰਨ ਲਈ ਸਰਾਵਾਂ, ਪੀਣ ਲਈ ਪਾਣੀ, ਖੂਹ ਆਦਿ ਦਾ ਪ੍ਰਬੰਧ ਕੀਤਾ ਹੋਇਆ ਸੀ। ਇਸੇ ਕਰਕੇ ਸਾਰੇ ਸੁੱਖ ਆਨੰਦ ਹੋਣ ਕਰਕੇ ਖੁਸ਼ਹਾਲੀ ਹਰ ਪਾਸੇ ਨਜ਼ਰ ਆ ਰਹੀ ਸੀ। ਪਰਮੇਸ਼ਰ ਦੀ ਦਇਆ ਸਦਕਾ ਹੋਰ ਤਾਂ ਸਾਰੇ ਸੁੱਖ ਪ੍ਰਾਪਤ ਸਨ, ਪਰ ਔਰਤ ਈਮਾਨ, ਦੌਲਤ ਗੁਜ਼ਰਾਨ ਤੇ ਪੁੱਤਰ ਨਿਸ਼ਾਨ। ਕਰਨੀ ਪ੍ਰਦਾਨ ਕਿਆ ਹਿੰਦੂ ਕਿਆ ਮੁਸਲਮਾਨ। ਇਹ ਕਹਾਵਤ ਦੇ ਅਨੁਸਾਰ ਇੱਕੋ ਇੱਕ ਸੰਸਾਰ ਦੇ ਵਿੱਚ ਨਿਸ਼ਾਨ ਰੂਪ ਮਿੱਠੀ ਦਾਤ, ਪੁੱਤਰ ਮਿੱਠੜੇ ਮੇਵੇ, ਪਾਪ ਪੁੱਤਰ ਦੀ ਪ੍ਰਾਪਤੀ ਨਹੀਂ ਸੀ ਹੋਈ। ਰਾਜਾ ਸੁਧਰਮਾ ਨੇ ਪੁੱਤਰ ਪ੍ਰਾਪਤੀ ਲਈ ਬੜੇ ਯਤਨ ਕੀਤੇ। ਸਾਲਾਂ ਮੱਧੀ ਸਦਾ ਵਰਤ ਲਾਈ ਰੱਖੇ, ਕਈ ਯਾਗ ਕੀਤੇ, ਬਹੁਤ ਵੱਡੇ ਭੰਡਾਰੇ ਕੀਤੇ, ਅਨੇਕਾਂ ਸਾਧੂ ਮਹਾਤਮਾ ਨੂੰ ਭੋਜਨ ਛਕਾਇਆ, ਪਰ ਹਰ ਪਾਸੇ ਰਾਜਾ ਸੁਧਰਮਾ ਨੂੰ ਨਿਰਾਸ਼ਤਾ ਦਾ ਹੀ ਮੂੰਹ ਵੇਖਣਾ ਪਿਆ। ਅਖੀਰ ਇੰਨਾ ਕੁਝ ਕਰਨ ਤੇ ਵੀ ਜਦ ਪੁੱਤਰ ਦੀ ਪ੍ਰਾਪਤੀ ਨਹੀਂ ਹੋਈ ਤਾਂ ਦਿਲ ਵਿੱਚ ਬਹੁਤ ਨਿਰਾਸ਼ਤਾ ਹੋਈ। ਭੋਜਨ ਖਾਣਾ ਵੀ ਚੰਗਾ ਨਾ ਲੱਗਿਆ ਕਰੇ। ਇਸੇ ਪ੍ਰਕਾਰ ਬੜੀ ਉਦਾਸਤਾਈ ਵਿੱਚ ਸਮਾਂ ਬੀਤਦਾ ਗਿਆ। ਕੁਝ ਸਮੇਂ ਬਾਅਦ ਬੜੇ ਬੀਤਰਾਗ ਵਿਰਾਗੀ ਤਿਆਗੀ ਫਕੀਰ ਇਹਦੀ ਰਾਜਧਾਨੀ ਵਿੱਚ ਆਣ ਪਹੁੰਚੇ। ਜਿੱਥੇ ਉਹ ਠਹਿਰੇ ਉੱਥੇ ਸਵੇਰੇ ਸ਼ਾਮ ਦੋ ਵਕਤ ਪਰਮੇਸ਼ਰ ਦੀ ਜਸ ਰੂਪ ਕਥਾ ਤੇ ਕੀਰਤਨ ਹੋਣ ਲੱਗ ਪਿਆ। ਦੂਰ ਦੁਰਾਡਿਓਂ ਸਾਰੀਆਂ ਸੰਗਤਾਂ ਫਕੀਰਾਂ ਦੇ ਦੀਦਾਰ ਕਰਨ ਲਈ ਆਉਣੀਆਂ ਸ਼ੁਰੂ ਹੋ ਗਈਆਂ। ਸਭ ਸੰਗਤਾਂ ਆਪਣੀਆਂ ਕਾਮਨਾਵਾਂ ਪੂਰੀਆਂ ਕਰਕੇ ਜਾਂਦੀਆਂ ਸਨ। ਜਦ ਇਹ ਗੱਲ ਸੁਧਰਮਾ ਰਾਜੇ ਕੋਲ ਪਹੁੰਚੀ, ਬਹੁਤੇ ਯਤਨ ਕਰਨ ਦੇ ਬਾਵਜੂਦ ਪੁੱਤਰ ਨਾ ਪ੍ਰਾਪਤੀ ਦੇ ਕਾਰਨ ਭਾਵੇਂ ਰਾਜੇ ਨੂੰ ਉਮੀਦ ਤਾਂ ਨਹੀਂ ਸੀ, ਪਰੰਤੂ ਆਪਣੇ ਸੂਝਵਾਨ ਸਲਾਹਕਾਰਾਂ ਦੇ ਆਖਣ ਤੋਂ ਤੇ ਹੋਰਨਾਂ ਦੇ ਕੋਲੋਂ ਉਹਨਾਂ ਤਿਆਗੀ ਫਕੀਰਾਂ ਦੀ ਮਹਿਮਾ ਸੁਣ ਕੇ ਰਾਜੇ ਨੇ ਇੱਕ ਦਿਨ ਫਕੀਰਾਂ ਕੋਲ ਜਾਣ ਦੀ ਸਲਾਹ ਬਣਾ ਲਈ। ਨੀਅਤ ਦਿਨ ਤੇ ਸਾਰੇ ਕਾਰਜ ਛੱਡ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਪਰਮੇਸ਼ਰ ਨੂੰ ਸਿਮਰਿਆ ਅਤੇ ਅਹਿਲਕਾਰਾਂ ਤੇ ਰਾਣੀਆਂ ਦੇ ਸਮੇਤ ਨੰਗੇ ਪੈਰੀਂ ਬੇਅੰਤ ਤਰ੍ਹਾਂ ਦੀਆਂ ਸੁਗੰਧਾਂ ਭੇਟਾ ਵਜੋਂ ਲੈ ਕੇ ਉਹਨਾਂ ਤਿਆਗੀ ਫਕੀਰਾਂ ਦੇ ਸਥਾਨ ਤੇ ਪਹੁੰਚਿਆ। ਸੰਗਤਾਂ ਦੀ ਵਿਸ਼ਾਲ ਇਕੱਤਰਤਾ ਸੀ। ਦੀਵਾਨ ਸਜਿਆ ਹੋਇਆ ਸੀ। ਸੰਤ ਜਨ ਆਪਣੇ ਪਿਤਰ ਮੁਖਾਰ ਬੇਨ ਤੋਂ ਹਰੀ ਪ੍ਰਾਪਤੀ ਸੰਬੰਧੀ ਬਚਨ ਉਚਾਰਨ ਕਰਦੇ ਹੋਏ ਨਾਮ ਸਿਮਰਨ ਦਾ ਉਪਦੇਸ਼ ਦੇ ਰਹੇ ਸਨ। ਰਾਜਾ ਸੁਧਰਮਾ ਵੀ ਜਾ ਕੇ ਸੰਗਤ ਵਿੱਚ ਬੈਠ ਗਿਆ। ਸੰਤਾਂ ਦੇ ਨਾਮ ਬਾਣੀ ਵਾਲੇ ਪਵਿੱਤਰ ਬਚਨਾਂ ਨੂੰ ਸੁਣ ਕੇ ਮਨ ਵਿੱਚ ਸ਼ਾਂਤੀ ਪ੍ਰਾਪਤ ਹੋਈ। ਦੀਵਾਨ ਦੀ ਸਮਾਪਤੀ ਤੋਂ ਬਾਅਦ ਸੰਤਾਂ ਮਹਾਂਪੁਰਸ਼ਾਂ ਦੇ ਕੋਲ ਜਾ ਕੇ ਚਰਨਾਂ ਦੇ ਮੱਥਾ ਟੇਕਿਆ। ਹਰ ਲਿਆਂਦੀ ਹੋਈ ਕਾਰਪੇਟ ਅੱਗੇ ਰੱਖ ਕੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਕੇ ਮਹਿਲਾਂ ਵਿੱਚ ਮੰਡਲੀ ਸਮੇਤ ਭੋਜਨ ਖਾਣ ਲਈ ਸੰਤਾਂ ਨੂੰ ਮਨਾਉਣਾ ਕੀਤਾ। ਨਿਯਤ ਕੀਤੇ ਸਮੇਂ ਤੇ ਆਪ ਰਾਜਾ ਸੰਤਾਂ ਨੂੰ ਲੈਣ ਵਾਸਤੇ ਗਿਆ। ਹਰ ਬੜੇ ਆਦਰ ਸਹਿਤ ਆਪਣੀ ਮਹਿਲਾਂ ਵਿੱਚ ਲਿਆ ਕੇ ਤਨੋਂ ਮਨੋਂ ਹੋ ਕੇ ਆਪਣੇ ਹੱਥੀਂ ਆਪ ਲੰਗਰ ਦੀ ਟਹਿਲ ਕਰਦਾ ਰਿਹਾ। ਇਹਦੀ ਟਹਿਲ ਵੇਖ ਕੇ ਸੰਤ ਬਹੁਤ ਦਿਆਲੂ ਹੋਏ।
ਅਤੇ ਕੋਲ ਬੁਲਾ ਕੇ ਕਹਿਣ ਲੱਗੇ ਕਿ हे ਰਾਜਨ, ਅਸੀਂ ਤੇਰੇ ਟਹਿਲ ਵੇਖ ਕੇ ਬਹੁਤ ਪ੍ਰਸੰਨ ਹੋਏ ਹਾਂ। ਜੋ ਇੱਛਾ ਧਾਰ ਕੇ ਸੇਵਾ ਕੀਤੀ ਉਹ ਦੱਸ, ਪਰਮੇਸ਼ਰ ਤੇਰੀ ਇੱਛਾ ਪੂਰੀ ਕਰੇਗਾ। ਪਹਿਲਾਂ ਤਾਂ ਰਾਜੇ ਨੇ ਸੰਕੋਚ ਕਰਦਿਆਂ ਜਵਾਬ ਦੇ ਦਿੱਤਾ। ਜਦ ਤੀਸਰੀ ਵਾਰ ਸੰਤਾਂ ਨੇ ਕਿਹਾ ਤਾਂ ਦੋਵੇਂ ਹੱਥ ਜੋੜ ਕੇ ਰਾਜਾ ਸੁਧਰਮਾ ਕਹਿਣ ਲੱਗਾ ਕਿ ਮਹਾਤਮਾ ਜੀਓ, ਪਰਮੇਸ਼ਰ ਦੀ ਮਿਹਰ ਨਾਲ ਧਨ, ਪਦਾਰਥ, ਵਡਿਆਈ ਆਦਿ ਸਭ ਕੁਝ ਹੈ। ਇੱਥੋਂ ਤੱਕ ਕਿ ਸਾਰੀ ਪ੍ਰਜਾ ਵੀ ਆਗਿਆਕਾਰ ਹੈ, ਪਰ ਇੱਕ ਸੰਤਾਨ ਦੀ ਘਾਟ ਹੈ। ਜੇਕਰ ਤੁਸੀਂ ਪ੍ਰਸੰਨ ਹੋਏ ਹੋ ਤਾਂ ਮਿਹਰ ਦੀ ਦ੍ਰਿਸ਼ਟੀ ਕਰਕੇ ਪੁੱਤਰ ਦੀ ਦਾਤ ਬਖਸ਼ੋ। ਮੈਂ ਬਥੇਰੇ ਯਤਨ ਕੀਤੇ ਨੇ, ਕੋਈ ਕਰਮਾਂ ਦਾ ਹੀ ਐਸਾ ਚੱਕਰ ਹੈ ਜੋ ਹਰ ਪਾਸਿਓਂ ਨਿਰਾਸ਼ਤਾ ਹੀ ਮੂੰਹ ਸਾਰੀ ਦ੍ਰਿਸ਼ਟੀ ਆ ਰਹੀ ਹੈ। ਪਰਮੇਸ਼ਰ ਦੀ ਮਿਹਰ ਨਾਲ ਆਪ ਜੈਸੇ ਸੰਤ ਮਹਾਂਪੁਰਖ ਨਾਲ ਮੇਲ ਹੋਇਆ। ਉਮੀਦ ਹੈ ਜੋ ਆਪ ਮਿਹਰ ਕਰਕੇ ਬਹੁਤੇ ਨਹੀਂ ਤਾਂ ਇੱਕ ਪੁੱਤਰ ਦੇ ਜ਼ਰੂਰੀ ਬਖਸ਼ਿਸ਼ ਕਰੋ। ਰਾਜੇ ਦੀਆਂ ਅਜਿਹੀਆਂ ਨਿਮਰਤਾ ਪੂਰਵਕ ਬੇਨਤੀਆਂ ਔਰ ਉਸ ਦੀ ਸੇਵਾ ਦਾ ਖਿਆਲ ਕਰਦੇ ਹੋਏ ਮਹਾਂਪੁਰਖ ਨੇਤਰ ਬੰਦ ਕਰਕੇ ਕੁਝ ਸਮਾਂ ਚੁੱਪ ਰਹੇ। ਥੋੜੀ ਦੇਰ ਬਾਅਦ ਨੇਤਰ ਖੋਲੇ ਤੇ ਕਹਿਣ ਲੱਗੇ ਕਿ हे ਰਾਜਨ, ਤੇਰੇ ਕਰਮਾਂ ਸੰਤਾਨ ਨਹੀਂ ਹੈ, ਪਰ ਤੂੰ ਸੰਤ ਮੰਡਲੀ ਦੀ ਸੇਵਾ ਕੀਤੀ ਹੈ, ਇਸ ਕਰਕੇ ਤੇਰੇ ਗ੍ਰਹਿ ਵਿਖੇ ਸੰਤਾਨ ਤਾਂ ਹੋ ਜਾਏਗੀ, ਪਰ ਤੂੰ ਉਸ ਦਾ ਸੁੱਖ ਨਹੀਂ ਵੇਖ ਸਕੇਗਾ, ਸਗੋਂ ਦੁੱਖਾਂ ਤਕਲੀਫਾਂ ਦਾ ਮੁਕਾਬਲਾ ਤੈਨੂੰ ਕਰਨਾ ਪਵੇਗਾ। ਇੱਥੋਂ ਤੱਕ ਕਿ ਤੂੰ, ਤੇਰੀ ਘਰਵਾਲੀ ਤੇ ਤੇਰਾ ਸਾਰਾ ਰਾਜ ਭਾਗ ਨਸ਼ਟ ਹੋ ਜਾਵੇਗਾ। ਸੰਤਾਂ ਮਹਾਤਮਾ ਦੇ ਕੋਲੋਂ ਅਜਿਹੇ ਭੈਦਾਇਕ ਵਚਨ ਸੁਣ ਕੇ ਰਾਜਾ ਸੁਧਰਮਾ ਪਹਿਲਾਂ ਤਾਂ ਬਹੁਤ ਡਰ ਗਿਆ। ਅਖੀਰ ਮਨ 'ਚ ਵਿਚਾਰ ਆਈ ਕਿ ਉਂਝ ਵੀ ਪੁੱਤਰ ਬਗੈਰ ਮਾਂ ਪਿਓ ਦਾ ਜੀਵਨ ਕਿਸ ਅਰਥ ਹੈ। ਜੇ ਅਸੀਂ ਮਰ ਵੀ ਗਏ ਤੇ ਰਾਜ ਭਾਗ ਵੀ ਨਸ਼ਟ ਹੋ ਗਿਆ, ਫਿਰ ਕੀ ਹੋ ਜਾਏਗਾ। ਅਖੀਰ ਮੰਨਣਾ ਤਾਂ ਸਾਰਿਆਂ ਨੇ ਹੈ, ਪੁੱਤਰ ਹੋਣ ਕਰਕੇ ਸੰਸਾਰ 'ਚ ਨਾਮ ਤਾਂ ਰਹਿ ਜਾਏਗਾ। ਇਉਂ ਜਿਹੜੀ ਚੀਜ਼ ਧੱਕੇ ਨਾ ਲਈਏ ਉਹ ਫਿਰ ਮੁਸ਼ਕਲ 'ਚ ਪਾਉਂਦੀ ਹੈ। ਜਿਹੜਾ ਰੱਬ ਆਪਦੀ ਮਰਜ਼ੀ ਨਾਲ ਦੇਵੇ ਉਹ ਸੁੱਖ ਵਾਲੀ ਹੁੰਦੀ ਹੈ। ਇਹਨਾਂ ਵਿਚਾਰਾਂ ਨੂੰ ਮੁੱਖ ਰੱਖ ਕੇ ਰਾਜਾ ਸੁਧਰਮਾ ਨੇ ਮਹਾਤਮਾ ਦੇ ਕੋਲ ਬੇਨਤੀ ਕੀਤੀ ਕਿ ਸਾਰੀਆਂ ਕਠਿਨਾਈਆਂ ਮੈਨੂੰ ਮਨਜ਼ੂਰ ਨੇ, ਪਰ ਪੁੱਤਰ ਜ਼ਰੂਰ ਹੋਣਾ ਚਾਹੀਦਾ। ਰਾਜਾ ਸੁਧਰਮਾ ਦੇ ਵਚਨ ਸੁਣ ਕੇ ਸੰਤਾਂ ਦੀ ਮੰਡਲੀ ਨੇ ਕਿਹਾ ਕਿ हे ਰਾਜਨ, ਤੇਰੇ ਗ੍ਰਹਿ ਵਿੱਚ ਸੰਤਾਨ ਹੋ ਜਾਏਗੀ, ਕਿਉਂਕਿ ਤੂੰ ਸੰਤਾਂ ਮਹਾਤਮਾ ਤੇ ਸੰਗਤ ਦੀ ਬਹੁਤ ਟਹਿਲ ਕੀਤੀ ਹੈ। ਐਸੇ ਵਚਨ ਕਹਿ ਕੇ ਸੰਤ ਮਹਾਂਪੁਰਖ ਚਲੇ ਗਏ। ਸਮਾਂ ਪਾ ਕੇ ਰਾਜਾ ਸੁਧਰਮਾ ਦੀ ਗ੍ਰਹਿ ਵਿਖੇ ਇੱਕ ਸੁੰਦਰ ਲੜਕੇ ਨੇ ਜਨਮ ਲਿਆ, ਜਿਹਨੂੰ ਵੇਖਦਿਆਂ ਹੀ ਭੁੱਖ ਲੈ ਜਾਂਦੀ ਸੀ। ਰਾਜਪੁੱਤਰ ਦੇ ਪੈਦਾ ਹੋਣ ਕਰਕੇ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। ਗਰੀਬਾਂ, ਸੰਤਾਂ, ਫਕੀਰਾਂ, ਲੋੜਵੰਦਾਂ ਨੂੰ ਪਦਾਰਥ ਵੰਡੇ ਗਏ। ਇੱਕ ਦਿਨ ਰਾਜਾ ਸੁਧਰਮਾ ਨੂੰ ਮਹਿਲ ਵਿੱਚ ਬੈਠਿਆਂ ਸੰਤਾਂ ਮਹਾਤਮਾ ਦੇ ਬਚਨ ਯਾਦ ਆ ਗਏ, ਜੋ ਬਚਨ ਸੰਤਾਂ ਨੇ ਆਖੇ ਸਨ ਕਿ ਪੁੱਤਰ ਪੈਦਾ ਹੋਣ ਤੋਂ ਮਾਂ ਪਿਓ ਮਰ ਜਾਣਗੇ ਤੇ ਰਾਜ ਭਾਗ ਨਸ਼ਟ ਹੋ ਜਾਏਗਾ। ਇਸ ਗੱਲ ਨੂੰ ਨਿਸ਼ਚੈ ਕਰਨ ਵਾਸਤੇ ਜੋਸ਼ੀਆਂ ਨੂੰ ਪੁੱਛਣਾ ਚਾਹੀਦਾ। ਇਸ ਤਰ੍ਹਾਂ ਵਿਚਾਰ ਕੇ ਜੋਸ਼ੀਆਂ ਨੂੰ ਬੁਲਾ ਕੇ ਕਹਿਣ ਲੱਗਾ ਕਿ ਇਸ ਬੱਚੇ ਦੀ ਲਗਨ ਕੁੰਡਲੀ ਬਣਾ ਕੇ ਦੱਸੋ, ਇਹਦੀ ਲਗਨ ਕੁੰਡਲੀ ਵਿੱਚ ਕੀ ਔਗਣ ਤੇ ਕੀ ਗੁਣ ਲਿਖਿਆ ਹੋਇਆ ਹੈ। ਚੰਗੀ ਤਰ੍ਹਾਂ ਵੇਖ ਕੇ ਸਾਰਾ ਹਾਲ ਦੱਸੋ ਤੇ ਇਹ ਵੀ ਦੱਸੋ ਕਿ ਇਹਦਾ ਨਾਂ ਕੀ ਰੱਖਣਾ ਚਾਹੀਦਾ। ਰਾਜਾ ਸੁਧਰਮਾ ਦੇ ਪ੍ਰਸ਼ਨਾਂ ਦਾ ਉੱਤਰ ਦਿੰਦੇ ਹੋਏ ਜੋਸ਼ੀਆਂ ਨੇ ਕਿਹਾ ਕਿ हे ਰਾਜਨ, ਚੰਦਰਮਾ ਦੀ ਨਿਆਈ ਇਸ ਬਾਲਕ ਦਾ ਮੁਖੜਾ ਬੜਾ ਸੁੰਦਰ ਅਤੇ ਖਿੜਾ ਵਾਲਾ ਹੈ, ਇਸ ਲਈ ਇਸ ਦਾ ਨਾਮ ਰੱਖੋ ਚੰਦਰਹਾਸ। ਚੰਦਰਹਾਸ ਹੀ ਰੱਖਣਾ ਚਾਹੀਦਾ। ਫਿਰ ਜੋਸ਼ੀਆਂ ਨੇ ਚੰਦਰਹਾਸ ਦੀ ਲਗਨ ਕੁੰਡਲੀ ਬਣਾ ਕੇ ਜੋਤਿਸ਼ ਲਗਾ ਕੇ ਕਿਹਾ ਕਿ हे ਰਾਜਨ, ਜਿੱਥੇ ਵੱਡੇ ਭਾਰੀ ਗੁਣ ਨੇ ਉੱਥੇ ਨਾਲ ਔਗਣ ਵੀ ਬਹੁਤ ਭਾਰੀ ਨੇ। ਗੁਣ ਤਾਂ ਇਹ ਨੇ ਕਿ ਇਹ ਪਰਮੇਸ਼ਰ ਦੀ ਭਗਤੀ ਕਰਨ ਵਾਲਾ ਪਿਆਰਾ ਭਗਤ ਹੋਵੇਗਾ, ਸੰਸਾਰ 'ਚ ਬੜਾ ਤੇਜ ਪ੍ਰਤਾਪੀ, ਨਿਆਂਕਾਰੀ, ਪ੍ਰਜਾ ਪਾਲਕ ਰਾਜਾ ਵੀ ਹੋਵੇਗਾ, ਰਾਜ ਕਰੇਗਾ। ਦੂਜਾ ਇਹਦੀ ਚੌਗਣ ਇਹ ਹੈ ਕਿ ਇਹਦੇ ਪੈਦਾ ਹੋਣ ਨਾਲ ਤੁਹਾਡੇ ਜੀਵਨ ਦਾ ਸਮਾਂ ਥੋੜਾ ਰਹਿ ਗਿਆ ਹੈ।
ਅਤੇ ਤੁਹਾਡਾ ਰਾਜ ਵੀ ਥੋੜੇ ਸਮੇਂ ਬਾਅਦ ਨਸ਼ਟ ਹੋ ਜਾਵੇਗਾ। ਇਸ ਤਰ੍ਹਾਂ ਦੀ ਲਗਨ ਕੁੰਡਲੀ ਸੁਣ ਕੇ ਰਾਜਾ ਸੁਧਰਮਾ ਨੂੰ ਨਿਸ਼ਚਾ ਹੋ ਗਿਆ ਕਿ ਜੋ ਬਚਨ ਸੰਤਾਂ ਨੇ ਕਹੇ ਸਾਨੂੰ ਠੀਕ ਨਹੀਂ। ਸਮਾਂ ਬੀਤਦਿਆਂ ਕੋਈ ਪਤਾ ਨਹੀਂ ਲੱਗਦਾ। ਥੋੜੇ ਸਮੇਂ ਬਾਅਦ ਕੰਤੂਹਲ ਨਾਮੀ ਰਾਜਾ ਆਪਣੀਆਂ ਫੌਜਾਂ ਸਮੇਤ ਸੁਧਰਮਾ ਰਾਜੇ ਦੀ ਚੜ੍ਹਾਈ ਕਰਕੇ ਆ ਗਿਆ। ਸੁਧਰਮਾ ਨੇ ਇਧਰੋਂ ਪ੍ਰਜਾ ਦੀ ਰੱਖਿਆ ਕਰਨ ਲਈ ਕਾਫੀ ਫੌਜਾਂ ਭੇਜੀਆਂ। ਕਈ ਦਿਨ ਬਹੁਤ ਘਮਸਾਨ ਦਾ ਯੁੱਧ ਹੁੰਦਾ ਰਿਹਾ, ਜਿਹਦੇ ਵਿੱਚ ਰਾਜਾ ਸੁਧਰਮਾ ਦੀ ਬਹੁਤ ਸਾਰੀ ਫੌਜ ਮਾਰੀ ਗਈ। ਬਹੁਤ ਸਾਰੀ ਫੌਜ ਦੇ ਮਾਰੇ ਜਾਣ ਤੇ ਰਾਜਾ ਸੁਧਰਮਾ ਨੇ ਸੋਚਿਆ ਕਿ ਮੇਰਾ ਹੁਣ ਰਾਜ ਮਹਿਲਾਂ 'ਚ ਬੈਠਣਾ ਧਰਮ ਨਹੀਂ ਹੈ। ਹੁਣ ਮੈਨੂੰ ਵੀ ਦੁਸ਼ਮਣ ਦੀ ਫੌਜ ਨਾਲ ਟਾਕਰਾ ਕਰਨ ਲਈ ਜਾਣਾ ਚਾਹੀਦਾ ਹੈ। ਇਹ ਸੋਚ ਕੇ ਰਾਜਾ ਰਾਣੀ ਨੂੰ ਕਹਿਣ ਲੱਗਾ ਕਿ ਇੱਕ ਫੌਜ ਕਾਫੀ ਮਰ ਚੁੱਕੀ ਹੈ, ਹੁਣ ਮੈਨੂੰ ਆਪ ਜਾ ਕੇ ਯੁੱਧ ਕਰਨਾ ਚਾਹੀਦਾ ਹੈ। ਬਾਕੀ ਰਹੀ ਜਿੱਤ ਤੇ ਹਾਰ ਦੀ ਗੱਲ, ਉਹ ਪਰਮੇਸ਼ਰ ਦੇ ਵੱਸ ਹੈ। ਪਤਾ ਨਹੀਂ ਹਾਰ ਹੋਣੀ ਹੈ ਕਿ ਜਿੱਤ ਹੋਣੀ ਹੈ। ਦੂਜਾ, ਸਰੀਰ ਦਾ ਵੀ ਕੋਈ ਪਤਾ ਨਹੀਂ ਬਚੇਗਾ ਕਿ ਨਹੀਂ। ਇਸ ਲਈ ਰੱਬ ਨਾ ਕਰੇ ਜੇ ਮੈਂ ਮਰ ਗਿਆ ਤਾਂ ਇਸ ਬੱਚੇ ਦੀ ਚੰਗੀ ਤਰ੍ਹਾਂ ਤੋਂ ਪਰਵਰਿਸ਼ ਕਰਨੀ ਹੈ, ਕਿਸੇ ਕੋਲੋਂ ਘਾਟ ਨਾ ਰਹਿਣ ਦੇਣੀ। ਰਾਣੀ ਨੂੰ ਇੰਨਾ ਕਹਿ ਕੇ ਰਾਜਾ ਸੁਧਰਮਾ ਬਾਕੀ ਦੀ ਫੌਜ ਨੂੰ ਨਾਲ ਲੈ ਕੇ ਯੁੱਧ ਭੂਮੀ 'ਚ ਆਣ ਪਹੁੰਚਿਆ। ਉੱਥੇ ਬੜਾ ਘਮਸਾਨ ਦਾ ਯੁੱਧ ਹੋਇਆ ਔਰ ਅਖੀਰ ਰਾਜਾ ਲੜਦਾ ਲੜਦਾ ਮਰ ਗਿਆ। ਇਧਰ ਜਿਸ ਵਕਤ ਰਾਜਾ ਸੁਧਰਮਾ ਦੀ ਰਾਣੀ ਨੂੰ ਪਤਾ ਲੱਗਿਆ ਕਿ ਪਤੀ ਦਾ ਮੇਰਾ ਮਰ ਚੁੱਕਾ ਹੈ, ਉਹਨੇ ਬਹੁਤ ਰੋਣਾ ਕੀਤਾ ਤੇ ਸੋਚਣ ਲੱਗੀ ਹੁਣ ਮੇਰਾ ਜੱਗ 'ਚ ਰਹਿਣਾ ਵਿਅਰਥ ਹੈ। ਜੇ ਮੈਂ ਦੁਸ਼ਮਣਾਂ ਦੇ ਹੱਥ ਆ ਗਈ ਤਾਂ ਕਿਤੇ ਮੇਰਾ ਪਤ ਵਰਤਾ ਧਰਮ ਨਾ ਚਲਿਆ ਜਾਵੇ। ਰਾਜੇ ਦੇ ਪਿੱਛੋਂ ਪਤਾ ਨਹੀਂ ਕਿਹੜੀ ਕਿਹੜੀ ਔਕੜ ਦਾ ਮੂੰਹ ਤੱਕਣਾ ਪਵੇਗਾ। ਇਹ ਵਿਚਾਰ ਦੇ ਕੇ ਆਪਣਾ ਪੁੱਤਰ ਚੰਦਰਹਾਸ ਤੇ ਕੁਝ ਧਨ ਇੱਕ ਗੋਲੀ ਨੂੰ ਦੇ ਦਿੱਤਾ ਤੇ ਕਹਿਣ ਲੱਗੀ ਤੂੰ ਇਹਦੀ ਸਾਂਭ ਸੰਭਾਲ ਕਰਨੀ ਹੈ, ਅੱਗੇ ਜੋ ਪਰਮੇਸ਼ਰ ਨੂੰ ਭਾਇਆ ਉਹ ਹੋ ਜਾਵੇਗਾ। ਗੋਲੀ ਨੂੰ ਇਹ ਕਹਿ ਕੇ ਰਾਣੀ ਆਪ ਹੀ ਆਪਣੇ ਪੇਟ 'ਚ ਕਟਾਰੀ ਮਾਰ ਕੇ ਮਰ ਗਈ। ਦੂਸਰਾ, ਇਹ ਵੀ ਮੰਨਿਆ ਜਾਂਦਾ ਹੈ ਕਿ ਰਾਣੀ ਰਾਜੇ ਦੇ ਨਾਲ ਸਤੀ ਹੋ ਗਈ ਸੀ। ਜਿਹੜੀ ਗੋਲੀ ਸੀ ਉਹ ਚੰਦਰਹਾਸ ਬੱਚੇ ਨੂੰ ਮਹਿਲਾਂ ਵਿੱਚੋਂ ਆਪਣੇ ਘਰ ਲੈ ਗਈ। ਇੱਕ ਦਿਨ ਗੋਲੀ ਨੇ ਆਪਣੇ ਘਰ ਬੈਠੀ ਨੇ ਸੋਚਿਆ ਕਿ ਹੁਣ ਇਹ ਰਾਜ ਭਾਗ ਰਾਜੇ ਕੰਤੂਹਲ ਦਾ ਹੋ ਚੁੱਕਿਆ। ਹੋ ਸਕਦਾ ਹੈ ਕਿ ਉਹ ਆਪਣੀ ਵੈਰੀ ਦਾ ਪੁੱਤਰ ਜਾਣਗੇ, ਕਿਤੇ ਪਤਾ ਲੱਗਣ ਦੇ ਨੂੰ ਮਾਰੀ ਨਾ ਦੇਵੇ। ਇਸ ਲਈ ਇੱਥੇ ਇਸ ਦੇਸ਼ 'ਚ ਰਹਿਣਾ ਹੁਣ ਠੀਕ ਨਹੀਂ ਹੈ। ਇਹ ਵਿਚਾਰ ਕਰਕੇ ਉਹ ਦਾਸੀ ਚੰਦਰਹਾਸ ਨੂੰ ਨਾਲ ਲੈ ਕੇ ਅਤੇ ਰਾਣੀ ਦਾ ਦਿੱਤਾ ਹੋਇਆ ਸਾਰਾ ਧਨ ਲੁਕਵੀਂ ਥਾਂ ਬੰਨ੍ਹ ਕੇ ਉਸ ਦੇਸ਼ ਵਿੱਚੋਂ ਨਿਕਲਣ ਲਈ ਰਾਤੋਂ ਰਾਤ ਪਰਮੇਸ਼ਰ ਦਾ ਆਸਰਾ ਗ੍ਰਹਿਣ ਕਰਦੀ ਉੱਥੋਂ ਨਿਕਲ ਤੁਰੀ। 4-5 ਦਿਨਾਂ ਬਾਅਦ ਜਦ ਕਿਸੇ ਹੋਰ ਨਗਰ ਵਿੱਚ ਪਹੁੰਚੀ ਤਾਂ ਕਿਸੇ ਨੂੰ ਪੁੱਛਿਆ ਕਿ ਰਾਜੇ ਕਿਹੜੇ ਰਾਜੇ ਦਾ ਨਗਰ ਹੈ, ਤਾਂ ਕਿਸੇ ਨੇ ਕਿਹਾ ਕਿ ਕੰਤੂਹਲ ਰਾਜੇ ਦਾ ਹੈ। ਤਾਂ ਦਾਸੀ ਨੇ ਸੋਚਿਆ ਕਿ ਇੱਥੇ ਰਹਿਣਾ ਤਾਂ ਉਹਦੇ ਨਾਲੋਂ ਵੀ ਖਤਰਨਾਕ ਹੈ, ਇਸ ਲਈ ਇੱਥੇ ਰਹਿਣਾ ਠੀਕ ਨਹੀਂ ਹੈ। ਉਸ ਵੇਲੇ ਉਥੋਂ ਕਿਸੇ ਹੋਰ ਪਾਸੇ ਵੱਲ ਨੂੰ ਚੱਲ ਪਈ। ਤੁਰਦੀ ਤੁਰਦੀ ਤ੍ਰਿਸ਼ਟ ਬੁੱਧੀ ਨਾਮੀ ਰਾਜੇ ਦੇ ਦੇਸ਼ ਵਿੱਚ ਜਾ ਪਹੁੰਚੇ, ਜੋ ਰਾਜੇ ਕੰਤੂਹਲ ਦੇ ਕੋਲ ਟੈਕਸ ਭਰਿਆ ਕਰਦਾ ਸੀ। ਚੰਦਰਹਾਸ ਦੀ ਰੱਖਿਆ ਲਈ ਆਪਣੇ ਸੁੱਖ ਦਾ ਨਾ ਖਿਆਲ ਕਰਦਿਆਂ ਸ਼ਹਿਰ ਵਿੱਚ ਨਹੀਂ ਸਗੋਂ ਬਾਹਰ ਜੰਗਲ ਵਿੱਚ, ਜਿੱਥੇ ਬੜੇ ਮੀਤ ਰਾਗ ਸੰਤ ਜਾਂਦਿਆ ਕਰਦੇ ਸਨ, ਵੈਰਾਗੀ ਮਹਾਤਮਾ ਉੱਥੇ ਆ ਕੇ ਸੰਤਾਂ ਕੋਲ ਰੋ ਰੋ ਕੇ ਆਪਣੀ ਸਾਰੀ ਵਾਰਤਾ ਕਹਿ ਸੁਣਾਈ ਅਤੇ ਉੱਥੇ ਹੀ ਰਹਿਣ ਦਾ ਸੰਕਲਪ ਬਣਾ ਕੇ ਬੇਨਤੀ ਕੀਤੀ ਕਿ ਇਹ ਸੰਤ ਜਨੋ, ਆਪ ਪਰਮੇਸ਼ਰ ਦੇ ਪਿਆਰੇ ਹੋ, ਮਿਹਰ ਕਰਕੇ ਆਪ ਜੀ ਮੈਨੂੰ ਇੱਥੇ ਆਪਣੀ ਸ਼ਰਨ ਵਿੱਚ ਰਹਿਣ ਲਈ ਆਗਿਆ ਦੇਵੋ। ਉਹਦੀ ਦੁਖਦਾਇਕ ਅਵਸਥਾ ਵੇਖ ਕੇ ਕਿਰਪਾਲੂ ਸੰਤਾਂ ਨੇ ਉਹਨੂੰ ਕੋਲ ਰਹਿਣ ਦੀ ਆਗਿਆ ਦੇ ਦਿੱਤੀ। ਸੰਤਾਂ ਦੀ ਆਗਿਆ ਲੈ ਕੇ ਦਾਸੀ ਸੰਤਾਂ ਦੇ ਕੋਲ ਰਹਿਣ ਲੱਗ ਪਈ ਅਤੇ ਤਨੋਂ ਮਨੋਂ ਸੰਤਾਂ ਦੀ ਸੇਵਾ ਕਰਦੀ ਰਹੀ ਅਤੇ ਉਦਮ ਕਰਕੇ ਆਪਣੇ ਰਹਿਣ ਲਈ ਇੱਕ ਵੱਖਰੀ ਝੌਂਪੜੀ ਵੀ ਪਾ ਲਈ। ਇਸੇ ਪ੍ਰਕਾਰ ਸੰਤਾਂ ਦੀ ਸੇਵਾ ਕਰਦਿਆਂ ਕੁਝ ਕੁ ਸਮਾਂ ਬਤੀਤ ਹੋ ਗਿਆ, ਪਰ ਥੋੜੇ ਸਮੇਂ ਬਾਅਦ ਦਾਸੀ ਦੀ ਉਮਰ ਵੀ ਪੂਰੀ ਹੋਣ ਤੋਂ ਦਾਸੀ ਵੀ ਮਰ ਗਈ।
ਤੇ ਚੰਦਰਹਾਸ ਦੀ ਸਾਰੀ ਪਰਵਿਸ਼ ਆਪ ਹੀ ਸੰਤ ਮਹਾਤਮਾ ਕਰਨ ਲੱਗ ਪਏ। ਪੂਰਬਲੇ ਸ੍ਰੇਸ਼ਟ ਕਰਮਾਂ ਤੇ ਮਹਾਤਮਾ ਜਿਨ੍ਹਾਂ ਦੀ ਸੰਗਤ ਦੇ ਪ੍ਰਤਾਪ ਕਰਕੇ ਚੰਦਰਹਾਸ ਛੋਟੀ ਉਮਰ ਵਿੱਚ ਹੀ ਸੰਤਾਂ ਮਹਾਤਮਾ ਦੀ ਰੀਸ ਕਰਨ ਲੱਗ ਪਿਆ ਸੀ। ਭਾਵ ਸੰਤਾਂ ਦੀ ਤਰ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣ ਕਰਕੇ ਸੰਤਾਂ ਦੀ ਤਰ੍ਹਾਂ ਅੱਖਾਂ ਬੰਦ ਕਰਕੇ ਬੈਠਣ ਲੱਗ ਪਿਆ ਸੀ। ਇੱਕ ਦਿਨ ਸੰਤਾਂ ਨੇ ਚੰਦਰਹਾਸ ਦੀ ਲਗਨ ਵੇਖ ਕੇ ਕਿਹਾ ਕਿ ਇਹ ਪੁੱਤਰ ਇਸ ਤਰ੍ਹਾਂ ਅੱਖਾਂ ਬੰਦ ਕਰਕੇ ਵਿਹਲਾ ਨਾ ਬੈਠਿਆ ਕਰ, ਪਰਮੇਸ਼ਰ ਦਾ ਨਾਮ ਜਪਿਆ ਕਰ। ਸੰਤਾਂ ਦੇ ਕਹਿਣ ਤੇ ਚੰਦਰਹਾਸ ਸਿਮਰਨ ਕਰਨ ਲੱਗ ਪਿਆ। ਇੰਜ ਸੰਤਾਂ ਦੇ ਕੋਲ ਰਹਿੰਦਿਆਂ ਭਜਨ ਸਿਮਰਨ ਦੇ ਵਿੱਚ ਚੰਦਰਹਾਸ ਦੇ ਚੰਗੇ ਦਿਨ ਬਤੀਤ ਹੁੰਦੇ ਗਏ। ਜਿੱਥੇ ਕਿਤੇ ਸੰਤ ਮੰਡਲੀ ਭੋਜਨ ਛਕਣ ਜਾਂਦੇ ਨਾਲ ਹੀ ਚੰਦਰਹਾਸ ਤੁਰ ਜਾਂਦਾ ਸੀ। ਇੱਕ ਦਿਨ ਉਸ ਦੇਸ਼ ਦੇ ਰਾਜੇ ਤ੍ਰਿਸ਼ਟ ਬੁੱਧੀ ਨੇ ਬ੍ਰਹਮ ਭੋਜ ਕੀਤਾ। ਬੜੇ ਜੋਸ਼ੀ ਪੰਡਤ ਸਾਧੂ ਮਹਾਤਮਾ ਵੈਰਾਗੀ ਤਿਆਗੀ ਸਭਨਾਂ ਨੂੰ ਬ੍ਰਹਮ ਭੋਜ ਤੇ ਆਉਣ ਲਈ ਬੁਲਾਇਆ। ਉਸ ਮੌਕੇ ਉਹਨਾਂ ਮਹਾਤਮਾ ਨਾਲ ਚੰਦਰਹਾਸ ਵੀ ਗਿਆ। ਤਦੋਂ ਲਗਭਗ ਉਹ 5 ਸਾਲਾਂ ਦਾ ਹੋ ਚੁੱਕਾ ਸੀ। ਪਰ ਮਹਾਤਮਾ ਜਿਨ੍ਹਾਂ ਦੀ ਮਿਹਰ ਕਰਕੇ ਉਹਦੀ ਲਗਨ ਐਸੀ ਹੋ ਗਈ ਕਿ ਜੋ ਪੂਰਨ ਸੰਤਾਂ ਦੀ ਪੰਗਤ ਵਿੱਚ ਬੈਠਾ ਹੀ ਨਾਮ ਸਿਮਰਨ ਕਰੀ ਜਾਂਦਾ ਸੀ। ਜਿੱਥੇ ਆਪਣੀ ਸੰਤ ਮੰਡਲੀ ਨਾਲ ਚੰਦਰਹਾਸ ਬੈਠਾ ਸੀ, ਉੱਥੇ ਇਹਦੇ ਸਾਹਮਣੇ 4-5 ਵਿਦਵਾਨ ਬੈਠੇ ਆਪਸ ਵਿੱਚ ਵਿਚਾਰਾਂ ਕਰ ਰਹੇ ਸਨ। ਵਿਚਾਰਾਂ ਕਰਦਿਆਂ ਇੱਕ ਤ੍ਰੈਕਾਲਦਰਸ਼ੀ ਮਹਾਤਮਾ ਦੀ ਦ੍ਰਿਸ਼ਟੀ ਚੰਦਰਹਾਸ ਤੇ ਪੈ ਗਈ। ਉਸ ਦੇ ਮੱਥੇ ਦੇ ਲੇਖ ਪੜ੍ਹ ਕੇ ਉਹ ਮਹਾਤਮਾ ਜੀ ਹੱਸ ਪਏ।